ਕੁਝ ਮਾਮਲੇ ਇਦਾਂ ਦੇ ਹੁੰਦੇ ਨੇ ਜਿਹੜੇ ਸਾਨੂੰ ਆਪ ਡਿਸਟਰਬ ਕਰ ਦਿੰਦੇ ਨੇ, ਜਿਹਦੇ ਪਿੱਛੇ ਸਾਨੂੰ ਆਵਾਜ਼ ਚੱਕਣੀ ਪੈਂਦੀ ਹੈ। ਇੱਕ ਅਕਾਲੀ ਦਲ ਤੋਂ ਬੰਦਾ ਸ਼ਿਫਟ ਕਰਕੇ ਕਾਂਗਰਸ ਦੇ ਵਿੱਚ ਵੈਦ ਸਾਹਿਬ ਦੇ ਅੰਡਰ ਇੱਥੇ ਸਰਪੰਚ ਬਣਾਇਆ। ਉਸ ਬੰਦੇ ਨੇ ਆਪਣਾ ਪੋਲੀਟੀਕਲ ਦੁਸ਼ਮਣੀ ਕੱਢਣ ਦੇ ਪਿੱਛੇ ਮੈਨੂੰ ਇੰਨਾ ਕੁ ਡਿਫੇਮ ਕੀਤਾ। ਮੇਰੇ ਏਰੀਆ ਦੇ ਵਿੱਚ 800-900 ਫੁੱਟ ਦੀ ਜਿਹੜੀ ਗਲੀ ਮੇਰੀ ਘਰ ਦੇ ਬਾਹਰ ਹੈ, 800 ਫੁੱਟ ਬਣਾ ਕੇ 100 ਫੁੱਟ ਮੇਰੇ ਦਰਵਾਜ਼ੇ ਤੋਂ ਲੈ ਕੇ ਸੈਕਿੰਡ ਹੈਂਡ ਤੱਕ ਮੇਰਾ ਉੱਥੋਂ ਗਲੀ ਦਾ ਸਾਰਾ ਸਮਾਨ, ਇੱਟਾਂ ਪੱਥਰ ਰੋੜੇ ਵਾਪਸ ਚੱਕ ਕੇ ਲੈ ਗਿਆ ਔਰ ਉਹ ਬਿਨਾਂ ਕੰਸਟਰਕਸ਼ਨ ਤੋਂ ਇੱਦਾਂ ਹੀ ਛੱਡ ਦਿੱਤੀ। ਮੈਂ ਇਹਨਾਂ ਦੀਆਂ ਇੰਨੀਆਂ ਕੁ ਮਿੰਨਤਾਂ ਕੀਤੀਆਂ ਪਿਛਲੇ 3 ਸਾਲ ਤੋਂ, MLA ਸਾਹਿਬ ਦੀਆਂ ਮਿੰਨਤਾਂ ਕੀਤੀਆਂ, ਮੇਰੇ ਕੋਲ ਰਿਕਾਰਡਿੰਗਸ ਪਈਆਂ ਨੇ। ਔਰ ਉਹਦਾ ਕੰਪਲੀਸ਼ਨ ਸਰਟੀਫਿਕੇਟ ਕਿੱਦਾਂ ਇਸ਼ੂ ਹੋ ਗਿਆ, ਉਹ ਸਮਾਨ ਕਿੱਦਾਂ ਚੱਕਿਆ ਗਿਆ, ਉਹ ਇਨਕੰਪਲੀਟ ਕਿਉਂ ਰਹਿ ਗਈ, ਮੈਨੂੰ ਅੱਜ ਤੱਕ ਕੋਈ ਜਵਾਬ ਨਹੀਂ ਮਿਲ ਰਿਹਾ। ਇਹ ਮੈਂ ਡੈਮੇजेस ਦਾ ਕੇਸ ਫਾਈਲ ਕੀਤਾ ਹੈ। ਡੈਮੇजेस ਮਤਲਬ ਕਿ ਹਰਜਾਨਾ। ਮੇਰੇ ਕਲਾਇੰਟ ਜਿਹੜੇ ਮੇਰੇ ਘਰ ਆਉਂਦੇ ਸੀਗੇ, ਆਫਿਸ ਆ ਕੇ ਇਹ ਕਹਿ ਗਏ ਕਿ ਜਿਹੜੇ ਐਡਵੋਕੇਟ ਆਪਣੀ ਗਲੀ ਨਹੀਂ ਬਣਾ ਸਕਦਾ ਪਿਆ, ਜਿਹੜਾ ਆਪਣਾ ਲੀਗਲ ਰਾਈਟ ਅਵੇਲ ਨਹੀਂ ਕਰ ਸਕਦਾ ਪਿਆ, ਉਹ ਸਾਨੂੰ ਕਾਨੂੰਨੀ ਕੀ ਅੱਗੇ ਅਧਿਕਾਰ ਲੈ ਦੇਗਾ। ਔਰ ਇਹਨਾਂ ਨੇ ਉੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਇਹ ਗੱਲ ਕਹੀ ਹੈ, ਇਹਨਾਂ ਦੇ ਪੋਲੀਟੀਕਲ ਬੰਦਿਆਂ ਨੇ, ਕਿ ਹੁਣ ਇਹ ਸੜਕ ਬਣਵਾ ਕੇ ਦਿਖਾਵੇ ਵੀ ਅਸੀਂ ਦੇਖਦੇ ਹਾਂ ਵੀ ਇਹ ਕਿੱਦਾਂ ਬਣ ਜਾਏਗੀ। ਮੈਂ ਰੈਜ਼ੀਡੈਂਸ ਆਪਣਾ ਸੇਲ ਕਰਨ ਤੇ ਲਗਾਤਾ। ਉੱਥੇ ਮੇਰੇ ਰੈਜ਼ੀਡੈਂਸ ਜਿਹੜਾ ਬੰਦਾ ਸੇਲ ਕਰਨ ਆਇਆ ਉਹਨੂੰ ਭਜਾ ਦਿੱਤਾ ਗਿਆ। MLA ਸਾਹਿਬ ਨੇ ਕੁਲਦੀਪ ਸਿੰਘ ਵੈਦ, ਕਿਉਂਕਿ ਜਿਹੜੀਆਂ ਗ੍ਰਾਂਟਾਂ ਨੇ, ਬੀਇੰਗ MLA ਹੀ ਇਜ਼ ਇਨ ਚਾਰਜ ਆਫ ਦਾ ਏਰੀਆ। ਦੂਜੇ ਨੰਬਰ ਤੇ ਉਹ ਸਰਪੰਚ ਹੈ ਜਿਹਨੇ ਇਹ ਗ੍ਰਾਂਟਾਂ ਲੈ ਕੇ ਸੜਕ ਬਣਾਉਣੀ ਹੈ। ਤੀਸਰੇ ਨੰਬਰ ਤੇ ਉਹ ਪੰਚਾਇਤ ਮੈਂਬਰ ਹੈ ਜਿਹਨੇ ਸਾਡੇ ਏਰੀਏ ਦਾ ਜਿਹੜਾ ਪੰਚਾਇਤ ਮੈਂਬਰ ਹੈ ਜਿਹਨੇ ਇਹ ਕੰਡਕਟ ਕਰਾਉਣਾ, ਸਾਰਾ ਕੰਮ ਜਿਹੜਾ ਕੰਪਲੀਟ ਕਰਾਉਣਾ ਹੈ। ਚੌਥੇ ਨੰਬਰ ਤੇ ਸੈਕਟਰੀ ਆਫ ਪੰਚਾਇਤ ਹੈ ਜਿਹਦੇ ਅੰਡਰ ਸਾਰਾ ਕੰਮ, ਜਿਹਦੀ ਦੇਖ ਰੇਖ 'ਚ ਕੰਮ ਹੁੰਦਾ ਸਾਰਾ। ਪੰਜਵੇਂ ਨੰਬਰ ਤੇ JE ਹੈ ਉਸ ਏਰੀਏ ਦਾ। ਮੈਂ ਇਹਨਾਂ ਤੋਂ ਡੈਮੇजेस ਕਲੇਮ ਕੀਤੀਆਂ ਜਿਹੜੀਆਂ ਮੈਂ ਪਿਛਲੇ 3 ਸਾਲ ਤੋਂ ਹਰਾਸ ਹੋ ਰਿਹਾ, 3 ਸਾਲ ਤੋਂ ਮੈਂ ਪਰੇਸ਼ਾਨ ਹੋ ਰਿਹਾ। ਮੇਰੀ ਪ੍ਰੋਪਰਟੀ ਦੀ ਵੈਲਿਊ ਖਤਮ ਹੋ ਗਈ, ਮੇਰੀ ਮਾਨਹਾਨੀ ਹੋਈ, ਉੱਥੇ ਮੈਨੂੰ ਫਿਜ਼ੀਕਲ ਡੈਮੇਜ ਹੋਇਆ। ਮੈਂ ਉਹਨਾਂ ਸਾਰਿਆਂ ਲਈ ਇਹਨਾਂ ਕੋਲ ਡੈਮੇजेस ਕਲੇਮ ਕੀਤੀਆਂ ਨੇ। ਉਹਦੇ 'ਚ ਇਹਨਾਂ ਪੰਜਾਂ ਨੂੰ ਸਮਨ ਹੋ ਗਏ ਨੇ। ਇੱਕ ਕ੍ਰਿਮੀਨਲ ਕੰਪਲੇਂਟ ਵੀ ਫਾਈਲ ਕੀਤੀ ਹੈ। ਜਿਹੜੇ MLA ਨੇ, ਜਿਹੜੇ ਸਰਪੰਚ ਹੈ, ਜਿਹੜੇ ਪੰਚਾਇਤ ਮੈਂਬਰ ਹੈ, ਸੈਕਟਰੀ ਤੇ JE, ਇਹ ਬਕਾਇਦਾ ਤਨਖਾਹ ਲੈਂਦੇ ਨੇ। ਬੀਇੰਗ ਪਬਲਿਕ ਸਰਵੈਂਟ, ਇਹਨਾਂ ਦੀ ਲੌਫੁਲ ਡਿਊਟੀ ਸੀਗੀ ਇਹ ਕੰਮ ਕਰਾਉਣਾ। ਇਹਨਾਂ ਨੇ ਕੰਮ ਨਹੀਂ ਪੂਰਾ ਕਰਾਇਆ। ਇਹਨਾਂ ਨੇ ਮੈਨੂੰ ਇੰਜਰੀ ਪਹੁੰਚਾਉਣ ਲਈ, ਚਾਹੇ ਉਹ ਫਿਜ਼ੀਕਲ ਹੈ ਚਾਹੇ ਉਹ ਮੈਂਟਲ ਹੈ, ਇਹਨਾਂ ਨੇ ਉਹ ਜਾਣ ਕੇ ਸੜਕ ਅਧੂਰੀ ਛਡਵਾਈ। ਮੈਨੂੰ ਇਹਨਾਂ ਨੇ ਡਿਫੇਮ ਕਰਨ ਲਈ, ਮੈਨੂੰ ਇੰਜਰੀ ਪਹੁੰਚਾਉਣ ਲਈ, ਹਰਾਸ ਕਰਨ ਲਈ। ਇਸ ਕਰਕੇ ਅੰਡਰ 166 ਵੀ ਕਵਰ ਹੁੰਦੇ ਨੇ। ਜੋ ਮਾਨਹਾਨੀ ਦਾ 499-500 ਹੈ, ਪਲੱਸ 166 ਦੀ 1 ਸਾਲ ਦੀ ਸਜ਼ਾ ਹੈ। ਕਿਉਂਕਿ ਮੇਰੇ ਕੋਲ ਸਾਰੀਆਂ ਵੀਡੀਓ ਰਿਕਾਰਡਿੰਗਸ, ਮੇਰੇ ਕੋਲ ਉਹਨਾਂ ਦੀ ਆਡੀਓ ਰਿਕਾਰਡਿੰਗਸ, ਹਰ ਚੀਜ਼ ਪਈ ਹੈ। ਔਰ ਮੈਂ ਪ੍ਰੂਵ ਕਰਾਂਗਾ ਕੋਰਟ ਦੇ ਵਿੱਚ ਵੀ ਇਹਨਾਂ ਨੇ ਮੇਰੇ ਨਾਲ ਆਹ ਕੀਤਾ ਪਿਛਲੇ 3 ਸਾਲ 'ਚੋਂ। ਬਿੱਟੂ ਜੀ ਦੇ ਫੰਕਸ਼ਨ ਮੇਰੇ ਉੱਥੇ ਰੈਜ਼ੀਡੈਂਸ 'ਤੇ ਹੁੰਦੇ ਸੀਗੇ। ਮਨੀਸ਼ ਤਿਵਾੜੀ ਦੇ ਫੰਕਸ਼ਨ ਮੇਰੇ ਰੈਜ਼ੀਡੈਂਸ 'ਤੇ ਹੁੰਦੇ ਸੀਗੇ। ਦਾਖਾ ਸਾਹਿਬ ਦੇ ਮੇਰੇ ਏਰੀਆ 'ਚ ਹੁੰਦੇ ਸੀਗੇ, ਮੇਰੇ ਰੈਜ਼ੀਡੈਂਸ 'ਤੇ ਹੁੰਦੇ ਸੀ। ਇਸ ਕਰਕੇ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਕੋਈ ਰੰਜਿਸ਼ ਹੈਗੀ ਹੈ। ਇਹ ਜਿੱਥੇ ਲਈ ਮੈਂ ਕੇਸ ਫਾਈਲ ਕੀਤਾ, ਜਿਹੜੀ ਮੇਰੀ ਪ੍ਰੋਪਰਟੀ ਹੈ, ਮੇਰਾ ਘਰ ਹੈ, ਇਹ ਉੱਥੇ ਪ੍ਰੈਕਟੀਕਲ ਹੋਇਆ ਪਿਆ। ਮੈਂ ਇਹਦੇ 'ਚ ਕੀ ਚੇਂਜ ਕਰਾਂ? ਮੈਂ ਤਾਂ ਬਹੁਤ ਕੁਝ ਕਰਕੇ ਦੇਖ ਲਿਆ, ਮੈਂ ਮਿੰਨਤਾਂ ਕਰਕੇ ਦੇਖ ਲਈਆਂ। ਐਟ ਲਾਸਟ ਮੈਨੂੰ ਮਜਬੂਰੀ ਨੂੰ MLA ਤੇ ਕੇਸ ਕਰਨਾ ਪਿਆ। ਉਹ ਚਾਹੇ ਕਾਂਗਰਸੀ ਆ ਚਾਹੇ ਕੋਈ ਹੋਰ ਹੈ। ਬਿਲਕੁਲ, ਜੇ ਕੋਈ ਵੀ ਬੰਦਾ ਇੱਦਾਂ ਪਰੇਸ਼ਾਨ ਹੈ, ਜਿਹੜੀ ਕਾਨੂੰਨ ਹੈ ਉਹ ਬਣਿਆ ਤੁਹਾਡੇ ਲਈ ਹੈ। ਲੀਡਰਸ਼ਿਪ ਬਿਲਕੁਲ ਹਾਵੀ ਹੋ ਜਾਵੇ, ਉਦੋਂ ਲਾਸਟ 'ਚ ਬੰਦਾ ਕਾਨੂੰਨ ਦਾ ਸਹਾਰਾ ਲੈਂਦਾ, ਕੋਰਟ 'ਚ ਜਾਂਦਾ ਹੈ। ਅਫਸਰਸ਼ਾਹੀ ਹਾਵੀ ਹੋ ਗਈ ਹੈ, ਚਾਹੇ ਉਹ ਨੀਚੇ ਕਲਰ ਤੋਂ ਲੈ ਕੇ ਇੱਕ PNE ਕਾਰਪੋਰੇਸ਼ਨ ਦਾ ਨਹੀਂ ਮਾਨ ਹੈਗਾ। ਸੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਹ ਕਦਮ ਚੱਕਣ ਤੋਂ ਬਾਅਦ ਆਮ ਪਬਲਿਕ ਦੇ ਵਿੱਚ ਜਾਗਰੂਕਤਾ ਆਏਗੀ, ਆਮ ਪਬਲਿਕ ਵੀ ਜਿਹੜਾ ਕੋਰਟ ਵੱਲ ਨੂੰ ਭੱਜੇਗੀ ਇਨਸਾਫ ਲੈਣ ਦੇ ਲਈ, ਡਿਵੈਲਪਮੈਂਟ ਦੇ ਲਈ? ਕਿ ਜਿਹੜਾ ਵੀ ਬੰਦਾ ਇਹ ਫੇਸ ਕਰ ਰਿਹਾ ਉਹ ਆਵਾਜ਼ ਚੱਕੇ, ਕੋਰਟ 'ਚ ਆਵੇ, ਕੋਰਟ 'ਚ ਇਹਨਾਂ ਨੂੰ ਲਿਆਵੇ, ਕੋਰਟ ਦੇ ਵਿੱਚ ਅਫਸਰਾਂ ਨੂੰ, ਇਹਨਾਂ MLAs ਨੂੰ, ਇਹਨਾਂ ਨੂੰ ਕਾਉਂਸਲਰਸ ਨੂੰ, ਇਹਨਾਂ ਸਰਪੰਚਾਂ ਨੂੰ। ਜਿੱਥੇ ਸਾਡੀ ਹੈਲਪ ਦੀ ਲੋੜ ਹੈ, ਮੈਂ ਬੀਇੰਗ ਐਡਵੋਕੇਟ ਉਸ ਹਰੇਕ ਬੰਦੇ ਦਾ ਫ੍ਰੀ ਕੇਸ ਇੱਥੇ ਕਰਾਂਗਾ। ਜਿਹੜਾ ਬੰਦਾ ਜੈਨੂਅਨਲੀ ਇਹਨਾਂ ਪੰਗਿਆਂ ਦੇ ਵਿੱਚ ਦੁਖੀ ਹੈ, ਇਹਨਾਂ ਪੰਗਿਆਂ 'ਚ ਪ੍ਰੋਬਲਮ 'ਚ ਹੈਗਾ ਵਾ, ਸੜਕਾਂ, ਸੀਵਰੇਜ, ਲਾਈਟਾਂ, ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ, ਮੈਂ ਉਹਨਾਂ ਦੀ ਹੈਲਪ ਕਰਾਂਗਾ ਜਿੰਨੀ ਕਰ ਸਕਿਆ।
ਲੁਧਿਆਣਾ ਸਮਾਰਟ ਸਿਟੀ ਦੀਆਂ ਸੜਕਾਂ ਟੁੱਟਣ ਕਰਕੇ ਜਿੱਥੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਝੇਲਣੀਆਂ ਪੈਂਦੀਆਂ ਨੇ, ਸੋ ਹੁਣ ਸਰਕਾਰ ਵੱਲੋਂ ਰਾਹਤ ਮਿਲੇ ਨਾ ਮਿਲੇ ਕਾਨੂੰਨੀ ਤੌਰ ਤੇ ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਸੋ ਲੁਧਿਆਣਾ ਦੇ ਵਿੱਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਗਲੀ ਨਾ ਬਣਨ ਕਰਕੇ ਜਿੱਥੇ ਸਰਕਾਰੀ ਮੁਲਾਜ਼ਮਾਂ ਦੇ ਉੱਤੇ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਗਿਆ, ਉੱਥੇ ਹੀ ਇੱਕ ਕਾਂਗਰਸੀ ਐਮਐਲਏ ਦੇ ਉੱਤੇ ਵੀ ਜਿਹੜਾ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਸੋ ਲੋਕਾਂ ਦੇ ਵਿੱਚ ਜਵਾਬ ਦੇਣ ਨਾ ਦੇਣ, ਅਦਾਲਤ ਦੇ ਵਿੱਚ ਕਾਂਗਰਸੀ ਐਮਐਲਏ ਨੂੰ ਜਾਂ ਹੋਰ ਕਿਸੇ ਪਾਰਟੀ ਦੇ ਐਮਐਲਏ ਨੂੰ ਜਵਾਬ ਜ਼ਰੂਰ ਦੇਣਾ ਪਏਗਾ ਕਿ ਗਲੀ ਕਿਉਂ ਨਹੀਂ ਬਣੀ ਜਾਂ ਪੰਜਾਬ ਦੀ ਜਿਹੜੀਆਂ ਲੁਧਿਆਣਾ ਦੀ ਸਮਾਰਟ ਸਿਟੀ ਦੀਆਂ ਸੜਕਾਂ ਕਿਸ ਕਾਰਨ ਨਹੀਂ ਬਣੀਆਂ। ਸੋ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਦੇ ਐਡਵੋਕੇਟ ਜਿਨ੍ਹਾਂ ਨੇ ਇੱਕ ਕੇਸ ਦਾਇਰ ਕੀਤਾ ਹੈ। ਕਾਂਗਰਸੀ ਐਮਐਲਏ ਕੁਲਦੀਪ ਸਿੰਘ ਵੈਦ ਦੇ ਉੱਤੇ ਕੇਸ ਦਾਇਰ ਕੀਤਾ ਗਿਆ ਹੈ ਕੋਰਟ ਦੇ ਵਿੱਚ। ਅਰੁਣ ਖੁਰਮੀ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਖੁਰਮੀ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲੇ ਤਾਂ। ਨਮਸਕਾਰ ਜੀ, ਮੈਂ ਐਡਵੋਕੇਟ ਅਰੁਣ ਖੁਰਮੀ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ। ਖੁਰਮੀ ਜੀ, ਇੱਕ ਕੀ ਮਾਮਲਾ ਹੈਗਾ ਸਾਰਾ ਤੇ ਇੱਕ ਕਿਸ ਕਾਰਨ ਇਹ ਜਿਹੜਾ ਕੇਸ ਦਾਇਰ ਕੀਤਾ ਗਿਆ ਜੀ? ਦੇਖੋ, ਮੈਂ ਬੀਇੰਗ ਐਡਵੋਕੇਟ ਪਿਛਲੇ 17 ਸਾਲ ਤੋਂ ਲੁਧਿਆਣਾ ਪ੍ਰੈਕਟਿਸ ਕਰ ਰਿਹਾ ਵਾਂ। ਹਾਈ ਕੋਰਟ 'ਚ ਵੀ ਅਪੀਅਰ ਹੋਈਦਾ ਵੈ, ਪਰ ਕੁਝ ਮਾਮਲੇ ਇਦਾਂ ਦੇ ਹੁੰਦੇ ਨੇ ਜਿਹੜੇ ਸਾਨੂੰ ਆਪ ਡਿਸਟਰਬ ਕਰ ਦਿੰਦੇ ਨੇ, ਜਿਹਦੇ ਪਿੱਛੇ ਸਾਨੂੰ ਆਵਾਜ਼ ਚੱਕਣੀ ਪੈਂਦੀ ਹੈ। ਇਹ ਮਾਮਲਾ ਕੁਝ ਇਸੇ ਤਰੀਕੇ ਦਾ ਹੈਗਾ ਵੈ। ਮੈਂ ਤੁਹਾਨੂੰ ਇੱਕ ਮਿੰਟ ਦਿਖਾਉਣਾ ਚਾਹੁੰਦਾ ਵਾਂ ਕਿ ਅੱਜ ਤੋਂ 6-7 ਮਹੀਨੇ ਪਹਿਲੇ ਮੈਂ ਇੱਕ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਪਾਈ ਸੀਗੀ। ਇਹ ਮੇਰੀ ਵੀਡੀਓ ਅਗਰ ਕੈਮਰਾਮੈਨ ਸਾਹਿਬ ਜ਼ੂਮ ਕਰਕੇ ਦਿਖਾ ਸਕਦੇ ਨੇ। ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਮੇਰਾ ਇੱਕ ਰੈਜ਼ੀਡੈਂਸ ਹੈਗਾ ਵੈ ਪੱਟੀਆਂ ਕੁਲਦੀਪ ਸਿੰਘ ਵੈਦ ਜੀ ਦੇ ਏਰੀਆ ਦੇ ਵਿੱਚ। ਇਹਨਾਂ ਨੇ ਇੱਕ ਅਕਾਲੀ ਦਲ ਤੋਂ ਬੰਦਾ ਸ਼ਿਫਟ ਕਰਕੇ ਕਾਂਗਰਸ ਦੇ ਵਿੱਚ ਵੈਦ ਸਾਹਿਬ ਦੇ ਅੰਡਰ ਇੱਥੇ ਸਰਪੰਚ ਬਣਾਇਆ, ਕਿਉਂਕਿ ਪੋਲੀਟੀਕਲ ਰਾਈਵਲਰੀ ਸੀਗੀ। ਕਿਉਂਕਿ ਮੈਂ ਖੁਦ MP ਸਾਹਿਬ ਦਾ ਮਨੀਸ਼ ਤਿਵਾੜੀ ਜੀ ਵੇਲੇ ਤੇ ਰਵਨੀਤ ਸਿੰਘ ਬਿੱਟੂ ਵੇਲੇ ਆਥੋਰਾਈਜ਼ ਸਿਗਨੇਟਰੀ ਆ ਦੋਨਾਂ MPs ਦਾ 4 ਇਲੈਕਸ਼ਨ ਮੈਂ ਕੰਡਕਟ ਕਰਾਏ ਨੇ। ਰਵਨੀਤ ਬਿੱਟੂ ਦਾ MLA ਇਲੈਕਸ਼ਨ ਜਲਾਲਾਬਾਦ ਮੈਂ ਉਹਨਾਂ ਦਾ ਆਥੋਰਾਈਜ਼ ਸਿਗਨੇਟਰੀ ਰਿਹਾ ਵਾਂ, ਉਹ ਮੈਂ ਕੰਡਕਟ ਕਰਾਇਆ ਇਲੈਕਸ਼ਨ ਕਮਿਸ਼ਨ ਦੇ ਨਾਲ, ਬੀਇੰਗ ਕਾਂਗਰਸ ਕੈਂਡੀਡੇਟ ਇਹਨਾਂ ਦੇ ਨਾਲ ਜੁੜ ਕੇ। ਤੇ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਮੈਨੂੰ ਇਹ ਚੀਜ਼ ਕਰਨੀ ਪੈ ਰਹੀ ਹੈ। ਇਹਨਾਂ ਨੇ ਕੀ ਕੀਤਾ, ਜਿਹੜਾ ਅਕਾਲੀ ਸਰਪੰਚ ਇਹਨਾਂ ਨੇ ਕਾਂਗਰਸ 'ਚ ਜੁਆਇਨ ਕਰਾ ਕੇ ਸਰਪੰਚ ਬਣਾਇਆ, ਉਸ ਬੰਦੇ ਨੇ ਆਪਣਾ ਪੋਲੀਟੀਕਲ ਦੁਸ਼ਮਣੀ ਕੱਢਣ ਦੇ ਪਿੱਛੇ ਮੈਨੂੰ ਇੰਨਾ ਕੁ ਡਿਫੇਮ ਕੀਤਾ। ਮੇਰੇ ਏਰੀਆ ਦੇ ਵਿੱਚ 800-900 ਫੁੱਟ ਦੀ ਜਿਹੜੀ ਗਲੀ ਮੇਰੀ ਘਰ ਦੇ ਬਾਹਰ ਹੈ, 800 ਫੁੱਟ ਬਣਾ ਕੇ 100 ਫੁੱਟ ਮੇਰੇ ਦਰਵਾਜ਼ੇ ਤੋਂ ਲੈ ਕੇ ਸੈਕਿੰਡ ਹੈਂਡ ਤੱਕ ਮੇਰਾ ਉੱਥੋਂ ਗਲੀ ਦਾ ਸਾਰਾ ਸਮਾਨ, ਇੱਟਾਂ ਪੱਥਰ ਰੋੜੇ ਵਾਪਸ ਚੱਕ ਕੇ ਲੈ ਗਿਆ, ਔਰ ਉਹ ਬਿਨਾਂ ਕੰਸਟਰਕਸ਼ਨ ਤੋਂ ਇੱਦਾਂ ਹੀ ਛੱਡ ਦਿੱਤੀ। ਮੈਂ ਆਹ ਦਿਖਾ ਰਿਹਾ ਵਾਂ ਤੁਹਾਨੂੰ, ਜਿਹੜੀ ਕਿ ਮੈਂ ਅੱਗੇ ਦਿਖਾਈ ਵੀ ਸੀਗੀ। ਆਹ ਦੇਖੋ, ਬਿੱਟੂ ਵੀਰ ਦਾ ਭਾਸ਼ਣ ਇੱਥੇ ਹੋਇਆ ਸੀਗਾ ਅਕਾਲੀਆਂ ਦੇ ਉਲਟ। ਇਹ ਚੀਜ਼ ਮੈਂ 3 ਸਾਲ ਤੋਂ ਭੁਗਤ ਰਿਹਾ ਜੀ, ਸਿਰਫ ਬਿੱਟੂ ਵੀਰ ਦੇ ਨਾਲ ਜੁੜਨ ਕਰਕੇ। ਆਹ ਟੋਟਾ ਵੈ ਇੱਥੋਂ ਤੋਂ ਲੈ ਕੇ ਉੱਥੇ ਤੱਕ ਮੇਰੇ ਦਰਵਾਜ਼ੇ ਦੇ ਮੂਹਰੇ ਪਿਛਲੇ 3 ਸਾਲ ਤੋਂ ਜਾਣ ਕੇ ਨਹੀਂ ਬਣਵਾਇਆ, ਔਰ ਸਾਰੀ ਮਿਹਰਬਾਨੀ ਜਿਹੜੀ ਹੈਗੀ ਹੈ ਉਹ ਸਾਰੀ ਸਾਡੇ ਹਾਈ ਕਮਾਂਡ ਦੀ, ਸਾਡੇ ਭਰਾਵਾਂ ਦੀ। ਜਿਹੜੇ ਤੁਸੀਂ ਇੱਕ ਚੀਜ਼ ਦੇਖੋ ਕਿ ਮੈਂ ਇਹਨਾਂ ਦੀਆਂ ਇੰਨੀਆਂ ਕੁ ਮਿੰਨਤਾਂ ਕੀਤੀਆਂ ਪਿਛਲੇ 3 ਸਾਲ ਤੋਂ, MLA ਸਾਹਿਬ ਦੀਆਂ ਮਿੰਨਤਾਂ ਕੀਤੀਆਂ, ਮੇਰੇ ਕੋਲ ਰਿਕਾਰਡਿੰਗਸ ਪਈਆਂ ਨੇ। ਮੈਂ ਇੰਨੀ ਕੁ ਵਾਰੀ ਇਹਨਾਂ ਨੂੰ ਰਿਕੁਐਸਟ ਕਰ ਚੁੱਕਾ ਜੀ, ਇੱਕ ਜੈਨੂਅਨ ਕਾਜ਼ ਹੈਗੀ ਹੈ, ਹੋ ਹੀ ਨਹੀਂ ਸਕਦਾ ਕਿ ਕੋਈ ਵੀ ਗਲੀ ਬਣੇ A to Z ਪੁਆਇੰਟ ਤੱਕ ਬਣਨੀ ਜ਼ਰੂਰੀ ਹੈ। ਕੰਸਟਰਕਸ਼ਨ ਦਾ ਕੋਈ ਵੀ ਟੈਂਡਰ ਪਾਸ ਹੁੰਦਾ ਪੂਰਾ ਹੁੰਦਾ। ਇਹਨਾਂ ਨੇ ਕੀ ਕੀਤਾ ਕਿ 800 ਫੁੱਟ ਬਣਾ ਕੇ 100 ਫੁੱਟ ਮੇਰੇ ਦਰਵਾਜ਼ੇ ਤੋਂ ਸੈਕਿੰਡ ਹੈਂਡ ਤੱਕ ਛੱਡਤੀ, ਔਰ ਉਹਦਾ ਕੰਪਲੀਸ਼ਨ ਸਰਟੀਫਿਕੇਟ ਕਿੱਦਾਂ ਇਸ਼ੂ ਹੋ ਗਿਆ, ਉਹ ਸਮਾਨ ਕਿੱਦਾਂ ਚੱਕਿਆ ਗਿਆ, ਉਹ ਇਨਕੰਪਲੀਟ ਕਿਉਂ ਰਹਿ ਗਈ, ਮੈਨੂੰ ਅੱਜ ਤੱਕ ਕੋਈ ਜਵਾਬ ਨਹੀਂ ਮਿਲ ਰਿਹਾ। ਮੈਂ ਬਹੁਤ ਮਿੰਨਤਾਂ, ਮੇਰੇ ਕੋਲ ਰਿਕਾਰਡਿੰਗਾਂ ਮੈਂ ਤੁਹਾਨੂੰ ਸੁਣਾ ਸਕਦਾ। ਲਾਸਟ ਦੇ ਵਿੱਚ ਫਿਰ ਮੈਂ ਸੋਚਿਆ ਕਿ ਬੀਇੰਗ ਐਡਵੋਕੇਟ ਮੈਂ ਐਵੇਂ ਇਹਨਾਂ ਦੇ ਨਾਲ ਇਹਨਾਂ ਦੀਆਂ ਮਿੰਨਤਾਂ ਕਰ ਰਿਹਾ, ਮੈਂ ਆਪਣੇ ਪ੍ਰੋਫੈਸ਼ਨ, ਆਪਣੀ ਡਿਗਨਿਟੀ ਨੂੰ ਖਰਾਬ ਕਰ ਰਿਹਾ। ਐਵੇਂ ਇਹਨਾਂ ਦੇ ਮੈਂ ਆਫਿਸ ਦੇ ਵਿੱਚ ਜਾ ਕੇ ਦਰਵਾਜ਼ਿਆਂ 'ਤੇ ਇਹਨਾਂ ਦੇ ਧੱਕੇ ਖਾ ਰਿਹਾ। ਹੁਣ ਲਾਸਟ ਜੋ ਮੇਰਾ ਕਾਨੂੰਨੀ ਅਧਿਕਾਰ ਸੀਗਾ ਮੈਂ ਉਹਨੂੰ ਅਵੇਲ ਕੀਤਾ। ਮੈਂ ਉਹ ਅਵੇਲ ਕਰਦੇ ਹੋਏ ਇੱਕ ਸਿਵਲ ਸੂਟ ਫਾਈਲ ਕੀਤਾ ਹੈ, ਸੂਟ ਫॉर ਡੈਮੇजेस ਟੂ ਦੀ ਇਫੈਕਟ ਦੈਟ ਦ ਪਲੈਂਟਿਫ ਇਜ਼ ਐਂਟਾਈਟਲਡ ਫॉर ਫਰੋਮ ਦੀ ਡਿਫੈਂਡੈਂਟ ਔਨ ਅਕਾਊਂਟ ਆਫ ਰੈਪੂਟੇਸ਼ਨ। ਜਿਹੜੀ ਇਹਨਾਂ ਨੇ ਮੈਨੂੰ ਡਿਫੇਮ ਕੀਤਾ ਉੱਥੇ, ਮੈਂ ਤੁਹਾਨੂੰ ਅੱਗੇ ਦੱਸਦਾ ਕਿੱਦਾਂ। ਫਾਈਨੈਂਸ਼ੀਅਲ, ਸੈਂਟੀਮੈਂਟਲ, ਇਮੋਸ਼ਨਲ, ਫਿਜ਼ੀਕਲ ਔਨ ਦੀ ਬੇਸਿਸ ਆਫ ਔਰਲ ਐਂਡ ਡਾਕੂਮੈਂਟਰੀ ਐਵੀਡੈਂਸ। ਇਹ ਮੈਂ ਡੈਮੇजेस ਦਾ ਕੇਸ ਫਾਈਲ ਕੀਤਾ। ਡੈਮੇजेस ਮਤਲਬ ਕਿ ਹਰਜਾਨਾ ਮੇਰਾ ਜਿਹੜਾ ਇਹਨਾਂ ਦਾ ਬਣਦਾ, ਜਿਹੜਾ ਕੋਰਟ ਡਿਸਾਈਡ ਕਰੇਗੀ।
ਜਿਹੜਾ ਇਹਨਾਂ ਨੇ ਮੈਨੂੰ ਡਿਫੇਮ ਕੀਤਾ ਹੈ, ਮੇਰੇ ਕਲਾਇੰਟ ਜਿਹੜੇ ਮੇਰੇ ਘਰ ਆਉਂਦੇ ਸੀਗੇ ਉਹ ਮੈਨੂੰ ਆਪਣੇ ਮੇਰੇ ਆਫਿਸ ਦੇ ਵਿੱਚ ਖੜ ਕੇ ਮੈਨੂੰ ਆਫਿਸ ਆ ਕੇ ਇਹ ਕਹਿ ਗਏ ਕਿ ਜਿਹੜੇ ਐਡਵੋਕੇਟ ਆਪਣੀ ਗਲੀ ਨਹੀਂ ਬਣਾ ਸਕਦਾ ਪਿਆ, ਵੀ ਜਿਹੜਾ ਆਪਣਾ ਲੀਗਲ ਰਾਈਟ ਅਵੇਲ ਨਹੀਂ ਕਰ ਸਕਦਾ ਪਿਆ, ਉਹ ਸਾਨੂੰ ਕਾਨੂੰਨੀ ਕੀ ਅੱਗੇ ਅਧਿਕਾਰ ਲੈ ਦੇਗਾ, ਸਾਨੂੰ ਕਿੱਦਾਂ ਬਚਾਏਗਾ ਕੋਰਟ ਦੇ ਵਿੱਚ ਜਿਹੜਾ ਆਪ ਨਹੀਂ ਆਪਣਾ ਕੰਮ ਕਰਾ ਸਕਦਾ ਪਿਆ। ਔਰ ਇਹਨਾਂ ਨੇ ਉੱਥੇ ਮੁਹੱਲੇ ਦੇ ਵਿੱਚ ਸਾਰਿਆਂ ਨੂੰ ਇਹ ਗੱਲ ਕਹੀ ਹੈ, MLA ਦੇ ਸਰਪੰਚ ਨੇ ਤੇ ਇਹਨਾਂ ਦੇ ਪੋਲੀਟੀਕਲ ਬੰਦਿਆਂ ਨੇ, ਕਿ ਹੁਣ ਇਹ ਸੜਕ ਬਣਵਾ ਕੇ ਦਿਖਾਵੇ, ਵੀ ਅਸੀਂ ਦੇਖਦੇ ਹਾਂ ਵੀ ਇਹ ਕਿੱਦਾਂ ਬਣ ਜਾਏਗੀ। ਮੈਂ ਰੈਜ਼ੀਡੈਂਸ ਆਪਣਾ ਸੇਲ ਕਰਨ ਤੇ ਲਗਾਤਾ ਉੱਥੇ। ਮੇਰੇ ਰੈਜ਼ੀਡੈਂਸ ਜਿਹੜਾ ਬੰਦਾ ਸੇਲ ਕਰਨ ਆਇਆ ਉਹਨੂੰ ਭਜਾ ਦਿੱਤਾ ਗਿਆ ਕਿ ਤੂੰ ਕਿਹੜੀ ਜਗ੍ਹਾ ਖਰੀਦ ਰਿਹਾ, ਮੈਂ ਇਸ ਜਗ੍ਹਾ ਤੇ ਤਾਂ ਅਸੀਂ ਸੜਕ ਹੀ ਨਹੀਂ ਬਣਨ ਦੇਣੀ, ਵੀ ਇਹਨੂੰ ਕੋਈ ਜ਼ੋਰ ਲਗਾ ਕੇ ਦੇਖ ਲੈ, ਸੜਕ ਬਣਾ ਕੇ ਦੇਖ ਲੈ। ਮੇਰਾ ਉਹ ਨੁਕਸਾਨ ਹੋ ਗਿਆ, ਮੇਰੇ ਬੱਚਿਆਂ ਦੇ ਮੇਰੇ ਸੱਟਾਂ ਲੱਗ ਰਹੀਆਂ ਨੇ, ਮੇਰੀ ਗੱਡੀ ਟੁੱਟ ਰਹੀ ਹੈ, ਮੇਰਾ ਵਹੀਕਲ ਜਿਹੜੇ ਵਹੀਕਲ ਤੇ ਮੈਂ ਉਸ ਟੁੱਟੀ ਸੜਕ ਤੇ ਜਾਣਾ ਮੇਰਾ ਉਹ ਟੁੱਟ ਰਿਹਾ ਹੋਇਆ, ਮੇਰਾ ਇੰਨਾ ਨੁਕਸਾਨ ਹੋ ਰਿਹਾ। ਉਹ ਡੈਮੇਜਸ ਮੈਂ ਕਲੇਮ ਕੀਤੀਆਂ ਨੇ ਇਹਨਾਂ ਤੋਂ ਸਿਵਲ ਸੂਟ ਦੇ ਵਿੱਚ। ਇਹਦੇ ਵਿੱਚ ਕੁਰਮੀ ਜੀ ਕੌਣ ਹੈਗਾ ਵੀ 5 ਨਾਮ ਤੁਸੀਂ ਦਿੱਤੇ ਹੋਏ ਨੇ, 5 ਕਿਹੜੇ ਨੇ ਉਹ ਨਾਮ ਵੀ ਪਲੀਜ਼ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦੋਗੇ? ਬਿਲਕੁਲ ਜੀ, ਇਹ ਕਾਪੀ ਹੈ ਔਰ ਇਹਦੇ ਵਿੱਚ 12/11/2021 ਲਈ ਸੰਮਨ ਹੋਇਆ ਹੈ। ਇਹ ਜਿਹੜੇ ਸੰਮਨ ਨੇ ਇਹ ਜਿਹੜੇ ਰਿਸਪੌਂਸਿਬਲ ਬੰਦੇ ਨੇ ਉਸ ਏਰੀਏ ਲਈ, ਉਸ ਕੰਸਟਰਕਸ਼ਨ ਵਰਕ ਲਈ ਤੇ ਪਬਲਿਕ ਦੀ ਹੈਲਪ ਕਰਨ ਲਈ ਸੜਕ ਬਣਾ ਕੇ ਸੀਵਰੇਜ ਬਣਾ ਕੇ ਉਹ ਬੰਦਿਆਂ ਨੂੰ ਪਾਇਆ ਗਿਆ। ਇਹਦੇ 'ਚ ਪਹਿਲੇ ਨੰਬਰ ਤੇ MLA ਸਾਹਿਬ ਨੇ ਕੁਲਦੀਪ ਸਿੰਘ ਵੈਦ, ਕਿਉਂਕਿ ਜਿਹੜੀਆਂ ਗ੍ਰਾਂਟਾਂ ਨੇ ਬੀਇੰਗ MLA ਹੀ ਇਜ਼ ਇੰਚਾਰਜ ਆਫ ਦਾ ਏਰੀਆ। ਦੂਜੇ ਨੰਬਰ ਤੇ ਉਹ ਸਰਪੰਚ ਹੈ ਜਿਹਨੇ ਇਹ ਗ੍ਰਾਂਟਾਂ ਲੈ ਕੇ ਸੜਕ ਬਣਾਉਣੀ ਹੈ। ਤੀਸਰੇ ਨੰਬਰ ਤੇ ਉਹ ਪੰਚਾਇਤ ਮੈਂਬਰ ਹੈ ਜਿਹਨੇ ਸਾਡੇ ਏਰੀਏ ਦਾ ਜਿਹੜਾ ਪੰਚਾਇਤ ਮੈਂਬਰ ਹੈ ਜਿਹਨੇ ਇਹ ਕੰਡਕਟ ਕਰਾਉਣਾ, ਸਾਰਾ ਕੰਮ ਜਿਹੜਾ ਕੰਪਲੀਟ ਕਰਾਉਣਾ ਹੈ। ਚੌਥੇ ਨੰਬਰ ਤੇ ਸੈਕਟਰੀ ਪੰਚਾਇਤ ਹੈ ਜਿਹਦੇ ਅੰਡਰ ਸਾਰਾ ਕੰਮ, ਜਿਹਦੀ ਦੇਖ ਰੇਖ 'ਚ ਕੰਮ ਹੁੰਦਾ ਸਾਰਾ। ਪੰਜਵੇਂ ਨੰਬਰ ਤੇ JE ਹੈ ਉਸ ਏਰੀਏ ਦਾ ਜਿਹਨੇ ਇਹ ਠੇਕੇਦਾਰ ਤੋਂ ਕੰਮ ਕੰਪਲੀਟ ਕਰਾ ਕੇ ਕੰਪਲੀਸ਼ਨ ਸਰਟੀਫਿਕੇਟ ਦੇਣਾ ਹੈ। ਇਹ 5 ਬੰਦੇ ਰਿਸਪੌਂਸਿਬਲ ਨੇ ਉਹ ਸੜਕ ਬਣਾਉਣ ਤੇ। ਕਿੱਦਾਂ ਇਹ ਸੜਕ ਇਨਕੰਪਲੀਟ ਪਿਛਲੇ 3 ਸਾਲ ਤੋਂ 2 ਸਾਲ ਤੋਂ ਰੱਖੀ ਗਈ ਹੈ, ਕਿ ਕਿੱਦਾਂ ਇਹਨੂੰ ਅਗਰ ਇਸ਼ੂ ਹੋਇਆ ਤੇ ਕੰਪਲੀਸ਼ਨ ਸਰਟੀਫਿਕੇਟ ਇਸ਼ੂ ਹੋਇਆ, ਕਿਉਂ ਉੱਥੋਂ ਸਮਾਨ ਚੱਕਿਆ ਗਿਆ, ਬਾਕੀ ਦਾ 800 ਫੁੱਟ ਸੜਕ ਬਣਾ ਕੇ 100 ਫੁੱਟ ਦਾ ਜਿਹੜਾ ਛੱਡਿਆ ਗਿਆ ਏਰੀਆ, ਇਹ ਬੰਦੇ ਉਸ ਚੀਜ਼ ਲਈ ਰਿਸਪੌਂਸਿਬਲ ਹੈ। ਮੈਂ ਇਹਨਾਂ ਤੋਂ ਡੈਮੇਜਸ ਕਲੇਮ ਕੀਤੀਆਂ ਜਿਹੜੀਆਂ ਮੈਂ ਪਿਛਲੇ 3 ਸਾਲ ਤੋਂ ਹਰਾਸ ਹੋ ਰਿਹਾ, 3 ਸਾਲ ਤੋਂ ਮੈਂ ਪਰੇਸ਼ਾਨ ਹੋ ਰਿਹਾ। ਮੇਰੀ ਪ੍ਰੋਪਰਟੀ ਦੀ ਵੈਲਿਊ ਖਤਮ ਹੋ ਗਈ, ਮੇਰੀ ਮਾਨਹਾਨੀ ਹੋਈ, ਉੱਥੇ ਮੈਨੂੰ ਫਿਜ਼ੀਕਲ ਡੈਮੇਜ ਹੋਇਆ। ਮੈਂ ਉਹਨਾਂ ਸਾਰਿਆਂ ਲਈ ਇਹਨਾਂ ਕੋਲ ਡੈਮੇਜਸ ਕਲੇਮ ਕੀਤੀਆਂ ਨੇ। ਕੁਰਮੀ ਜੀ, ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਵੀ ਕੰਪਲੀਸ਼ਨ ਸਰਟੀਫਿਕੇਟ ਜਿਹੜਾ JE ਨੇ ਦੇਣਾ ਹੁੰਦਾ ਹੈ, ਹਾਂਜੀ, ਗਲੀ ਕੰਪਲੀਟ ਨਹੀਂ ਹੋਈ, ਸਰਟੀਫਿਕੇਟ ਕਿਵੇਂ ਦੇ ਦਿੱਤਾ ਗਿਆ? ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਭ੍ਰਸ਼ਟਾਚਾਰ ਇਹਦੇ 'ਚ ਹੋਇਆ ਹੈ, ਕੋਈ ਲੈ ਦੇ ਕੇ ਸਿਸਟਮ ਹੋਇਆ ਹੈ, ਕਿ ਕਿਤੇ ਨਾ ਕਿਤੇ ਲੱਗਦਾ ਵੀ ਇਹ ਚੀਜ਼ ਹੋਈ ਹੋਊਗੀ? ਦੇਖੋ, ਮੈਂ ਕੇਸ ਫਾਈਲ ਕੀਤਾ, ਸਿਵਲ ਸੂਟ ਫਾਈਲ ਕੀਤਾ, ਇਹਦੀ ਅਗਲੀ ਤਰੀਕ 12/11/21 ਪਈ ਹੈ। ਉਹਦੇ 'ਚ ਇਹਨਾਂ 5 ਨੂੰ ਸੰਮਨ ਹੋ ਗਏ ਨੇ। ਇਹ 5 ਸੰਮਨ ਦੇ ਵਿੱਚ ਆਣਗੇ, ਆ ਕੇ ਆਪਣੇ ਐਡਵੋਕੇਟ ਦੇ ਥਰੂ ਜਾਂ ਜਿਵੇਂ ਵੀ ਅਪੀਅਰ ਹੋ ਕੇ ਇਹ ਆਪਣਾ ਜਵਾਬ ਦੇਣਗੇ। ਫਿਰ ਦੇਖਦੇ ਹਾਂ ਕਿ ਕੰਪਲੀਸ਼ਨ ਸਰਟੀਫਿਕੇਟ ਜਿਹੜਾ ਇਸ਼ੂ ਹੋਇਆ ਉਹ ਕਿੱਦਾਂ ਹੋਇਆ, ਅਗਰ ਹੋਇਆ ਤਾਂ, ਅਗਰ ਨਹੀਂ ਹੋਇਆ ਤਾਂ ਕਿਉਂ 2 ਸਾਲ ਕਿਹੜੇ ਠੇਕੇਦਾਰ ਨੂੰ ਇੰਨਾ ਇਹਨਾਂ ਨੇ ਛੱਡਤਾ ਕਿ ਉਹ 2 ਸਾਲ ਉਹ ਸੜਕ ਹੀ ਨਹੀਂ ਬਣਾਇਆ ਔਰ ਸਮਾਨ ਚੱਕ ਕੇ ਲੈ ਗਿਆ। ਔਰ ਇੱਕ ਹੋਰ ਮੈਂ ਇਹਦੇ ਲਈ ਸੇਮ ਮੈਟਰ ਦੇ ਉੱਤੇ ਇੱਕ ਕ੍ਰਿਮੀਨਲ ਕੰਪਲੇਂਟ ਵੀ ਫਾਈਲ ਕੀਤੀ ਹੈ 499 500 166 ਦੇ ਰਿਗਾਰਡਿੰਗ। ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਵਾਂ, ਜਿਹੜੇ ਤੁਹਾਡੇ ਦਰਸ਼ਕ ਨੇ ਜਿਹੜੇ ਮੈਨੂੰ ਸੁਣ ਰਹੇ ਨੇ, ਕਿ ਬੀਇੰਗ ਐਡਵੋਕੇਟ ਇਹ ਜਿਹੜੀ ਲਾਅ ਦੇ ਅੰਡਰ ਪ੍ਰੋਵੀਜ਼ਨ ਸੀ ਇਹ ਵੀ ਮੈਂ ਅਵੇਲ ਕੀਤੀ ਹੈ। ਇਹ ਕ੍ਰਿਮੀਨਲ ਕੰਪਲੇਂਟ ਹੈ 499 500 166 120 ਦੇ ਅੰਡਰ। ਇਹਦੇ ਵਿੱਚ ਕਾਨੂੰਨ ਕੀ ਕਹਿੰਦਾ ਵੈ, ਜਿਹੜੀ ਇਹਨਾਂ ਨੇ ਮੈਨੂੰ ਡਿਫੇਮ ਕੀਤਾ ਉੱਥੇ, ਜਿਹੜੇ ਮੇਰੇ ਕਲਾਇੰਟਸ ਮੈਨੂੰ ਛੱਡ ਕੇ ਗਏ ਨੇ, ਮੈਨੂੰ ਡਿਫੇਮ ਜਿਨ੍ਹਾਂ ਦੇ ਮੂਹਰੇ ਕੀਤਾ ਇਹਨਾਂ ਨੇ, ਜਿਹੜੇ ਮੈਨੂੰ ਕਹਿ ਕੇ ਗਏ ਨੇ ਕਿ ਭਾਈ ਜਿਹੜਾ ਐਡਵੋਕੇਟ ਆਪਣਾ ਕੰਮ ਨਹੀਂ ਕਰਾ ਸਕਦਾ ਸਾਡਾ ਕਿੱਦਾਂ ਕਰਾਊਗਾ। ਜਿਹੜੇ ਬੰਦੇ ਦੇ ਮੂਹਰੇ ਇਹਨਾਂ ਨੇ ਮੈਨੂੰ ਡਿਫੇਮ ਕੀਤਾ ਹੋਇਆ ਵੀ ਇਹ ਆਪਣੀ ਗਲੀ ਬਣਾ ਕੇ ਦਿਖਾਵੇ, ਵੀ ਹੁਣ ਅਸੀਂ ਦੇਖਦੇ ਹਾਂ ਕਿੱਦਾਂ ਗਲੀ ਬਣਦੀ ਆ, ਜਾਂ ਜਿਹੜੇ ਮੇਰੇ ਮਹੱਲੇ ਮੂਹਰੇ ਇਹਨਾਂ ਨੇ ਡਿਫੇਮ ਕੀਤਾ, ਕਿਉਂਕਿ ਉਸ ਸੇਮ ਏਰੀਏ ਤੋਂ ਮੇਰੇ ਵਾਈਫ ਪੰਚਾਇਤ ਮੈਂਬਰ ਵੀ ਰਹੇ ਨੇ। ਔਰ ਅਸੀਂ ਬੀਇੰਗ ਮੈਂ ਐਡਵੋਕੇਟ ਪੋਲੀਟੀਕਲ ਫੈਮਿਲੀ, ਸਾਡਾ ਉੱਥੇ ਜੋ ਇੱਜ਼ਤ ਮਾਨ ਸੀ ਇਹਨਾਂ ਨੇ ਉਹ ਸਾਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਸਾਨੂੰ ਉਹਨਾਂ ਨੇ ਉਸ ਲੈਵਲ ਤੇ ਲਿਆਤਾ ਕਿ ਹੁਣ ਲੋਕੀ ਸਾਨੂੰ ਇਹ ਕਹਿ ਰਹੇ ਨੇ ਇਹਨਾਂ ਦੇ ਕਹਿਣ ਤੋਂ ਬਾਅਦ ਕਿ ਵੀ ਤੁਸੀਂ ਜਿਹੜਾ ਆਪਣਾ ਕੰਮ ਨਹੀਂ ਕਰਾ ਸਕਦੇ ਤੁਸੀਂ ਸਾਡਾ ਕੀ ਕਰਾਉਂਗੇ। 499 500 ਡੈਫਾਮੇਸ਼ਨ, 166 ਜਿਹੜੀ ਹੈਗੀ ਹੈ 166 ਮੈਂ ਲਗਾਈ ਹੈ ਇਹਨਾਂ ਤੇ। 166 ਮੈਂ ਤੁਹਾਨੂੰ ਦੱਸ ਦਿੰਦਾ, ਪਬਲਿਕ ਸਰਵੈਂਟ ਡਿਸਓਬੇਇੰਗ ਲਾਅ ਵਿਦ ਇੰਟੈਂਟ ਟੂ ਕੋਜ਼ ਇੰਜਰੀ ਟੂ ਐਨੀ ਪਰਸਨ। 166 ਇਹ ਕਹਿੰਦੀ ਵੀ ਕੋਈ ਵੀ ਪਬਲਿਕ ਸਰਵੈਂਟ ਹੂ ਐਵਰ ਬੀਇੰਗ ਅ ਪਬਲਿਕ ਸਰਵੈਂਟ knowingly disobey the direction of law as the way in which he is to conduct himself as such public servant
intending to cause or knowingly to be likely that he will by such disobedience can injury to any person is punishable with imprisonment terms may extend to 1 year। ਇਹ ਜੀ ਇਹਨਾਂ ਦੇ ਉੱਤੇ ਕੇਸ ਫਾਈਲ ਕਰਨ ਦੇ 166 ਦਾ ਮਤਲਬ ਇਹ ਹੈ ਵੀ ਇਹ ਪਬਲਿਕ ਸਰਵੈਂਟ ਨੇ ਪੰਜੋ ਬੰਦੇ, ਜਿਹੜੇ MLA ਨੇ, ਜਿਹੜੇ ਸਰਪੰਚ ਹੈ, ਜਿਹੜੇ ਪੰਚਾਇਤ ਮੈਂਬਰ ਹੈ, ਸੈਕਟਰੀ ਤੇ ਜੇਈ, ਇਹ ਬਕਾਇਦਾ ਤਨਖਾਹ ਲੈਂਦੇ ਨੇ। ਬੀਇੰਗ ਪਬਲਿਕ ਸਰਵੈਂਟ ਇਹਨਾਂ ਦੀ ਲawful ਡਿਊਟੀ ਸੀਗੀ ਇਹ ਕੰਮ ਕਰਾਉਣਾ, ਔਰ ਨੋਇੰਗਲੀ ਇਹਨਾਂ ਨੇ ਆਪਣੀ ਲawful ਡਿਊਟੀ ਓਬੇ ਨਹੀਂ ਕੀਤੀ, ਇਹਨਾਂ ਨੇ ਕੰਮ ਨਹੀਂ ਪੂਰਾ ਕਰਾਇਆ। ਇਹਨਾਂ ਨੇ ਮੈਨੂੰ ਇੰਜਰੀ ਪਹੁੰਚਾਉਣ ਲਈ, ਚਾਹੇ ਉਹ ਫਿਜ਼ੀਕਲ ਹੈ ਚਾਹੇ ਉਹ ਮੈਂਟਲ ਹੈ, ਇਹਨਾਂ ਨੇ ਉਹ ਜਾਣ ਕੇ ਸੜਕ ਅਧੂਰੀ ਛਡਵਾਈ। ਮੈਨੂੰ ਇਹਨਾਂ ਨੇ ਡਿਫੇਮ ਕਰਨ ਲਈ, ਮੈਨੂੰ ਇੰਜਰੀ ਪਹੁੰਚਾਉਣ ਲਈ, ਹਰਾਸ ਕਰਨ ਲਈ, ਇਸ ਕਰਕੇ ਅੰਡਰ 166 ਵੀ ਕਵਰ ਹੁੰਦੇ ਨੇ। ਇਸ ਕਰਕੇ ਮੈਂ ਇਹਨਾਂ 'ਤੇ ਆ ਕ੍ਰਿਮੀਨਲ ਕੰਪਲੇਂਟ ਵੀ ਪਾਈ ਹੈ, ਜਿਹਦੇ 'ਚ ਮੇਰੇ ਬਿਆਨ ਹੋ ਚੁੱਕੇ ਨੇ ਬੀਇੰਗ ਕੰਪਲੇਨੈਂਟ। ਅਗਲੀ ਤਰੀਕ 26/10 ਪੈ ਗਈ ਹੈ। ਔਰ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਜਿਹੜੇ ਮੈਨੂੰ ਰਿਕਾਰਡ ਅੱਗੇ ਨਹੀਂ ਦੇ ਰਹੇ ਸੀ, ਜਿਹੜੀ ਆਪਾਂ ਕੰਪਲੀਸ਼ਨ ਸਰਟੀਫਿਕੇਟ ਦੀ ਗੱਲ ਕੀਤੀ ਹੈ, ਉਹਦੇ ਲਈ ਮੈਂ BDO ਧਨਵੰਤ ਸਿੰਘ ਰੰਧਾਵਾ, ਜਿਹੜੇ 3 ਮਹੀਨੇ ਹੋ ਗਏ, 4 ਮਹੀਨੇ ਮੇਰਾ ਫੋਨ ਨਹੀਂ ਚੱਕ ਰਹੇ ਸੀਗੇ, ਮੇਰੇ ਕੋਲ ਉਹਨਾਂ ਦੀ ਵੀ ਰਿਕਾਰਡਿੰਗ ਹੈ। ਜਿਹੜੇ ਮੇਰਾ ਫੋਨ ਨਹੀਂ ਚੱਕ ਰਹੇ ਸੀਗੇ, ਜਿਹੜੇ ਮੈਨੂੰ ਕਹਿ ਰਹੇ ਸੀਗੇ ਜੀ ਸਰਪੰਚ ਕੰਮ ਨਹੀਂ ਹੋਣ ਦੇ ਰਿਹਾ, ਵੀ ਮੈਂ ਵੀ ਮਜਬੂਰ ਹਾਂ, ਮੈਂ ਉਹਨਾਂ ਨੂੰ ਐਜ਼ ਵਿਟਨੈਸ ਅਲੋਂਗ ਵਿਦ ਆਲ ਦਾ ਡਾਕੂਮੈਂਟਸ ਇਸ ਕੇਸ ਏਰੀਆ ਦੇ ਰਿਗਾਰਡਿੰਗ ਵੀ ਸੜਕ ਦੀ ਕੰਪਲੀਸ਼ਨ ਸਰਟੀਫਿਕੇਟ ਹੈ ਨਹੀਂ ਹੈ, ਕਿਉਂ ਨਹੀਂ ਹੈ, ਕੀ ਕੰਮ ਹੋਇਆ, ਕਿੰਨੇ ਪੈਸੇ ਖਰਚੇ, ਕਿੱਥੇ ਘਪਲੇ ਕੀਤੇ, ਉਹ ਸਾਰਾ ਉਹਨਾਂ ਨੂੰ ਰਿਕਾਰਡ ਕੋਰਟ 'ਚ ਹੁਣ ਲੈ ਕੇ ਆਉਣਾ ਪਏਗਾ। ਔਰ ਇਹ ਮੈਂ ਉਹਨਾਂ ਨੂੰ ਸੰਮਨ ਤਮੀਲ ਕਰਾਊਂਗਾ 26/10 ਲਈ। ਇਹਦੀ ਵੀ ਪਰਮਿਸ਼ਨ ਕੋਰਟ ਤੋਂ ਲੈ ਲਈ ਹੈ। ਇਹਨਾਂ ਨੂੰ ਸਮਨਿੰਗ ਲਈ ਧਨਵੰਤ ਸਿੰਘ ਰੰਧਾਵਾ BDO 1 ਜਿਹੜੇ PAU 'ਚ ਬੈਠਦੇ ਨੇ, ਬੀਇੰਗ ਇਹਨਾਂ ਸਾਰੇ 5 ਅਕਿਊਜ਼ ਦੇ ਅਗੇਂਸਟ ਜਿਹੜੇ ਗਵਾਹ ਆਣਗੇ, ਮੇਰੇ ਪਹਿਲੇ ਗਵਾਹ। ਜਿਹੜੀ ਇੱਕ ਤੁਸੀਂ ਕੇਸ ਦਾਇਰ ਕੀਤਾ ਹੈ, ਉਹਦੇ ਵਿੱਚ ਕੀ ਸਜ਼ਾ, ਤੇ ਜਿਹੜਾ ਕ੍ਰਿਮੀਨਲ ਕੇਸ ਦਾਇਰ ਕੀਤਾ ਹੋਇਆ ਉਹਦੇ ਵਿੱਚ ਕੀ ਸਜ਼ਾ ਹੈਗੀ ਹੈ, ਕੀ ਪ੍ਰਾਵਧਾਨ, ਜਿਹੜਾ ਕਾਨੂੰਨ ਦਾ ਕੀ ਕਹਿੰਦਾ ਪ੍ਰਾਵਧਾਨ? ਡੈਮੇਜਸ ਦੇ ਕੇਸ ਨੇ, ਉਹਦੇ 'ਚ ਮੈਂ ਕੋਰਟ ਨੂੰ ਕਿਹਾ ਹੋਇਆ ਕਿ ਉਹ ਡੈਮੇਜਸ ਜੋ ਵੀ ਮੇਰੇ ਬਣਦੇ ਨੇ, ਜੋ ਵੀ ਮੈਨੂੰ ਰੈਪੂਟੇਸ਼ਨ ਦੇ ਲਈ, ਫਿਜ਼ੀਕਲ ਹਾਰਮ ਲਈ, ਮੈਂਟਲ ਹਰਾਸਮੈਂਟ ਲਈ ਜੋ ਵੀ ਡੈਮੇਜ ਕੋਰਟ ਦਾਇਰ ਤੈਅ ਕਰੇਗੀ, ਉਹ ਮੈਨੂੰ ਕੋਰਟ ਆਪਣੇ ਆਰਡਰ ਦੇ ਵਿੱਚ ਤੈਅ ਕਰਕੇ ਦੱਸੇਗੀ ਵੀ ਇੰਨੇ ਡੈਮੇਜ ਬਣਦੇ। ਜਿਵੇਂ ਮੇਰਾ ਮਕਾਨ ਵਿਕ ਰਿਹਾ ਸੀ 40-50 ਲੱਖ ਰੁਪਏ ਦਾ, ਉਹ ਮੇਰਾ ਗਾਹਕ ਭੱਜ ਗਿਆ। ਮੇਰੀ ਗੱਡੀ ਦੀ ਡੈਮੇਜ ਹੋਈ, ਜਿਹੜੀ ਗੱਡੀ ਟੁੱਟੀਆਂ ਸੜਕਾਂ 'ਤੇ ਘੁੰਮ ਰਹੀ ਹੈ। ਮੇਰੇ ਜਿਹੜੇ ਟੂ ਵੀਲਰਸ ਨੇ ਉਹਨਾਂ ਦੇ ਡੈਮੇਜ ਹੋਇਆ, ਮੇਰੇ ਆਪਣੇ ਸੱਟਾਂ ਲੱਗ ਰਹੀਆਂ, ਮੇਰੀ ਰੈਪੂਟੇਸ਼ਨ ਡਾਊਨ ਹੋ ਰਹੀ ਹੈ, ਮੇਰੀ ਪ੍ਰੋਪਰਟੀ ਦੀ ਵੈਲਿਊ ਡਾਊਨ ਹੋ ਗਈ ਹੈ। ਉਹ ਸਾਰੀਆਂ ਡੈਮੇਜਸ ਕੋਰਟ ਕੈਲਕੂਲੇਟ ਕਰਕੇ ਆਪਣੇ ਹਿਸਾਬ ਨਾਲ ਉਹ ਮੈਨੂੰ ਡੈਮੇਜਸ ਕੋਰਟ ਅੱਗੇ ਦੇਗੀ। ਜਿੱਥੇ ਰਹਿ ਗਿਆ ਕ੍ਰਿਮੀਨਲ ਦਾ, ਜੋ ਮਾਨਹਾਨੀ ਦਾ 499/500 ਹੈ ਪਲੱਸ 166 ਜਿਹ 'ਚ 1 ਸਾਲ ਦੀ ਸਜ਼ਾ ਹੈ। ਇਹ ਜਦੋਂ ਪ੍ਰੂਵ ਹੋ ਜਾਂਦਾ ਉਹਨਾਂ 'ਤੇ, ਜੋ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਹੈ ਮੇਰੀ, ਕਿਉਂਕਿ ਮੇਰੇ ਕੋਲ ਸਾਰੀਆਂ ਵੀਡੀਓ ਰਿਕਾਰਡਿੰਗਸ, ਮੇਰੇ ਕੋਲ ਉਹਨਾਂ ਦੀਆਂ ਆਡੀਓ ਰਿਕਾਰਡਿੰਗਸ, ਹਰ ਚੀਜ਼ ਪਈ ਹੈ। ਔਰ ਮੈਂ ਪ੍ਰੂਵ ਕਰਾਂਗਾ ਕੋਰਟ ਦੇ ਵਿੱਚ ਵੀ ਇਹਨਾਂ ਨੇ ਮੇਰੇ ਨਾਲ ਆਹ ਕੀਤਾ ਪਿਛਲੇ 3 ਸਾਲ 'ਚੋਂ, ਉਹ ਪ੍ਰੂਵ ਕਰਕੇ ਇਹਨਾਂ ਨੂੰ ਬਿਲਕੁਲ ਉਹ 'ਚ ਵੀ ਸਜ਼ਾ ਦਿਲਾਊਂਗਾ। ਕਿਤੇ ਨਾ ਕਿਤੇ ਅਰੁਣ ਜੀ, ਇਹ ਤਾਂ ਨਹੀਂ ਲੱਗਦਾ ਕਿ ਵਾਈਫ ਤੁਹਾਡੇ, ਤੁਸੀਂ ਕਹਿ ਰਹੇ ਹੋ ਕਿ ਪੰਚਾਇਤ ਮੈਂਬਰ ਸੀਗੇ, ਇਹ ਜਿਹੜੇ ਇਸ ਵੇਲੇ ਪੰਚਾਇਤ ਮੈਂਬਰ ਨੇ ਉਹ ਅਕਾਲੀ ਦਲ ਤੋਂ ਇੱਧਰ ਆਏ ਹੋਏ ਨੇ, ਵੀ ਪੁਰਾਣੀ ਰੰਜਿਸ਼ ਪੋਲੀਟੀਕਲ ਉਹ ਸਾਹਮਣੇ ਤਾਂ ਨਹੀਂ ਆ ਰਹੀ? ਉਸ ਰੰਜਿਸ਼ ਕਰਕੇ ਤਾਂ ਨਹੀਂ, ਇਹ ਨਹੀਂ ਕਿ ਗਲੀ ਬਣਵਾਈ ਨਹੀਂ ਜਾ ਰਹੀ, ਬਣਵਾਉਣ ਨਹੀਂ ਦਿੱਤੀ ਜਾਏਗੀ? ਨਹੀਂ ਦੇਖੋ, ਸਾਡੇ ਵੱਲੋਂ ਉੱਥੇ ਕੋਈ, ਸਾਡੇ ਮਨ 'ਚ ਕੋਈ ਰੰਜਿਸ਼ ਨਹੀਂ ਹੈ, ਕਿਉਂਕਿ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਖੜੇ। ਅਸੀਂ ਉਸ ਵੇਲੇ ਇਲੈਕਸ਼ਨ ਖੜੇ ਸੀਗੇ ਜਦੋਂ ਕੋਈ ਵੀ ਇਲੈਕਸ਼ਨ ਨਹੀਂ ਖੜਾ ਸੀਗਾ, ਅਤੇ ਉਸ ਵੇਲੇ ਜਿਹੜੇ ਪੰਚਾਇਤ ਮੈਂਬਰ ਸੀਗੇ ਜਾਂ ਸਰਪੰਚ ਸੀਗੇ, ਸਾਡਾ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਸੀਗਾ, ਕਿਉਂਕਿ ਉਹ ਸਰਪੰਚ ਕਿਸੇ ਹੋਰ ਏਰੀਏ ਤੋਂ ਆਇਆ, ਹੁਣ ਉਹ ਫਸਟ ਟਾਈਮ ਸਾਡੇ ਏਰੀਏ 'ਚ ਆ ਕੇ ਸਰਪੰਚ ਬਣਿਆ। ਇਸ ਕਰਕੇ ਸਾਡਾ ਉਹਦੇ ਨਾਲ ਕੋਈ ਪੋਲੀਟੀਕਲ ਰੰਜਿਸ਼ ਨਹੀਂ ਹੈ। ਹਾਂ, ਬਾਕੀ ਰਹਿ ਗਈ ਜਿਹੜੀ ਦੂਸਰੀ ਗੱਲ ਪੋਲੀਟਿਕਸ ਦੀ, ਬਿਲਕੁਲ ਬਿੱਟੂ ਜੀ ਦੇ ਫੰਕਸ਼ਨ ਮੇਰੇ ਉੱਥੇ ਰੈਜ਼ੀਡੈਂਸ 'ਤੇ ਹੁੰਦੇ ਸੀਗੇ, ਮਨੀਸ਼ ਤਿਵਾੜੀ ਦੇ ਫੰਕਸ਼ਨ ਮੇਰੇ ਰੈਜ਼ੀਡੈਂਸ 'ਤੇ ਹੁੰਦੇ ਸੀਗੇ, ਦਾਖਾ ਸਾਹਿਬ ਦੇ ਮੇਰੇ ਏਰੀਏ 'ਚ ਹੁੰਦੇ ਸੀਗੇ, ਮੇਰੇ ਰੈਜ਼ੀਡੈਂਸ 'ਤੇ ਹੁੰਦੇ ਸੀਗੇ। ਇਸ ਕਰਕੇ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਕੋਈ ਰੰਜਿਸ਼ ਹੈਗੀ ਹੈ, ਜਿਹੜੀ ਕਿ ਉਹ ਸਾਰਿਆਂ ਨੂੰ ਕਹਿੰਦੇ ਵੀ ਨੇ ਕਿ ਅਸੀਂ ਇਹਦਾ ਕੰਮ ਨਹੀਂ ਹੋਣ ਦੇਣਾ, ਕਿਉਂਕਿ ਹੁਣ ਉਹ ਕਾਂਗਰਸ ਵਾਸਤੇ 'ਚ ਆ ਗਏ ਨੇ। ਪਲੱਸ ਜਿਹੜੇ ਸਾਡੇ MLA ਨੇ, ਉਹ ਵੀ ਤੁਹਾਨੂੰ ਪਤਾ ਕਿ ADC DC ਰਹਿ ਕੇ ਗਏ ਨੇ, ਅਤੇ ਕਿਉਂਕਿ ਜੋ ਅਸੀਂ ਸੁਣਿਆ ਉਹਨਾਂ ਦੀ ਕਾਂਗਰਸੀ ਵਿਚਾਰਧਾਰਾ ਹੈ ਹੀ ਨਹੀਂ ਹੈ। ਉਹਨਾਂ ਦੀ ਵਿਚਾਰਧਾਰਾ, ਜਿਵੇਂ ਆਪਾਂ ਹੁਣ CM ਸਾਹਿਬ, ਪੁਰਾਣੇ CM ਸਾਹਿਬ ਲਈ ਕਹਿੰਦੇ ਆ ਵੀ ਅਫਸਰਸ਼ਾਹੀ ਹਾਵੀ ਹੈ, ਉਹਨਾਂ ਦੀ ਵਿਚਾਰਧਾਰਾ ਸ਼ੁਰੂ ਤੋਂ ਅਫਸਰਸ਼ਾਹੀ ਵਾਲੀ ਹੈ। ਉਹ ਸੁਣਨਾ ਹੀ ਨਹੀਂ ਚਾਹੁੰਦੇ ਕਿਸੇ ਦੀ, ਕਿਉਂਕਿ IAS ਦੀ ਜਿਵੇਂ ਟ੍ਰੇਨਿੰਗ ਹੁੰਦੀ ਹੈ, PCS ਦੀ, ਕਿ ਤੁਸੀਂ ਕਿਸੇ ਨੂੰ 15 ਸੈਕਿੰਡ ਤੋਂ ਵੱਧ ਸੁਣਨਾ ਨਹੀਂ ਹੈ, ਉਹਨਾਂ ਦੀ ਸੇਮ ਉਹੀ ਟ੍ਰੇਨਿੰਗ ਉਹਨਾਂ ਤੱਕ ਹਾਲੇ ਵੀ ਹੈਵੀ ਹੈ। ਮੈਂ ਉਹਨਾਂ ਨੂੰ ਕਾਲ ਕਰਦਾ ਵਾਂ, ਆ ਰਹੇ ਹਾਂ, ਜਾ ਰਹੇ ਹਾਂ, ਦੱਸ ਰਹੇ ਹਾਂ, ਸਵੇਰੇ ਸ਼ਾਮੀ ਉਹਨੂੰ ਕਹਿਤਾ, ਇਹਨੂੰ ਕਹਿਤਾ, ਕੱਲ੍ਹ ਕਰਿਓ, ਪਰਸੋਂ ਕਰਿਓ। ਉਹ ਅਫਸਰਸ਼ਾਹੀ ਵਾਲੇ ਕੰਮ ਕਰ ਰਹੇ ਨੇ, ਅਤੇ ਕਾਂਗਰਸੀ ਵਿਚਾਰਧਾਰਾ ਤਾਂ ਉਹਨਾਂ ਦੀ ਕਦੇ ਹੋਈ ਹੋਈ ਨਹੀਂ ਹੈ। ਇਸ ਕਰਕੇ ਹੋ ਸਕਦਾ ਉਹਨਾਂ ਦੇ ਮਨ 'ਚ ਹੋਵੇ, ਪਰ ਅਸੀਂ ਹੁਣ ਪੋਲੀਟਿਕਸ ਤੋਂ ਬਾਹਰ ਆ, ਨਾ ਹੀ ਅਸੀਂ ਕਦੇ ਉੱਥੇ ਇਲੈਕਸ਼ਨ ਲੜੇ ਹਾਂ, ਦੁਆਰਤੀ ਪਿਛਲੀਆਂ 2 ਟੈਨਿਓਰ ਨਿਕਲ ਗਈਆਂ ਨੇ, ਅਤੇ ਨਾ ਹੀ ਅਸੀਂ ਉੱਥੇ ਪੋਲੀਟਿਕਸ 'ਚ ਹਾਂ। ਪਰ ਹਾਂ, ਸਾਨੂੰ ਜ਼ਬਰਦਸਤੀ
ਪੋਲਿਟਿਕਸ ਦੇ ਵਿੱਚ ਇਨਵੋਲਵ ਕਰਕੇ ਸਾਨੂੰ ਹਰਾਸ ਕੀਤਾ ਜਾ ਰਿਹਾ ਉੱਥੇ। ਸੋ ਕਾਂਗਰਸੀਆਂ ਦੇ ਲੀਡਰਾਂ ਦੇ ਵਕੀਲ ਰਹੇ ਹੋ, ਹੁਣ ਵੀ ਕਾਂਗਰਸ ਦੇ ਲੀਡਰਾਂ ਦੇ ਨਾਲ ਚੱਲਦੇ ਹੋ, ਫਿਰ ਵੀ ਇੰਨੀ ਪਰੇਸ਼ਾਨੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ੁਰੂਆਤ ਜਿਹੜੀ ਹੈ ਕੇਸ ਦਾਇਰ ਕਰਨ ਦੀ ਕਾਂਗਰਸੀ ਐਮਐਲਏ ਤੋਂ। ਬਿਲਕੁਲ ਜੀ, ਅਸੀਂ ਪੂਰਾ ਪਰਿਵਾਰ ਸਾਡਾ ਕਾਂਗਰਸੀ ਹੈ। ਮੈਂ ਬਾਈ ਬਰਥ ਕਾਂਗਰਸੀ ਹਾਂ। ਸਾਨੂੰ ਸ਼ੁਰੂ ਤੋਂ ਹੀ ਕਾਂਗਰਸ ਦੀ ਆਈਡੀਓਲੋਜੀ ਦਿਖਾਈ ਗਈ ਹੈ, ਦੱਸੀ ਗਈ ਹੈ, ਅਸੀਂ ਉਹਦੇ ਨਾਲ ਹੀ ਤੁਰੇ ਹਾਂ ਔਰ ਅੱਗੋਂ ਵੀ ਮੈਂ ਕਾਂਗਰਸੀ ਰਵਾਂਗਾ। ਪਰ ਬਹੁਤ ਦੁੱਖ ਦੀ ਗੱਲ ਹੈ, ਜਿਹੜੇ ਅੱਜ ਕੱਲ੍ਹ ਲੀਡਰ ਜਿਹੜੇ ਕਾਂਗਰਸ ਦੇ ਵਿੱਚ ਆ ਰਹੇ ਨੇ ਉਹ ਕਾਂਗਰਸ ਦੀ ਆਈਡੀਓਲੋਜੀ ਦੇ ਹੈ ਹੀ ਨਹੀਂ ਹੈ। ਅਕਾਲੀਆਂ ਤੋਂ ਚੱਕ ਲਏ, ਕਿਸੇ ਹੋਰ ਤੋਂ ਚੱਕ ਲਏ, ਕਿਤੋਂ ਹੋਰ ਲਿਆਉਂਦੇ, ਫਾਈਨੈਂਸ਼ੀਅਲ ਪਰਪਸ ਲਈ ਲਿਆਉਂਦੇ, ਉਹਨਾਂ ਦੀ ਕਿਤੇ ਵੀ ਕਾਂਗਰਸ ਦੀ ਆਈਡੀਓਲੋਜੀ ਨਹੀਂ ਹੈ। ਉਹ ਫਿਰ ਆਪੇ ਵਰਕਰ ਦਾ ਇੱਜ਼ਤ ਨਹੀਂ ਕਰਦੇ। ਬਿਲਕੁਲ ਮੈਂ ਬੜੇ ਲੀਡਰਸ ਨਾਲ ਕੰਮ ਕੀਤਾ ਵਾ। ਮੈਂ ਕਿ ਟੌਪ ਦੇ ਜਿਹੜੇ MP ਹੈਗੇ ਨੇ ਲੁਧਿਆਣੇ ਦੇ ਵਿੱਚ, ਜਿਹੜੇ ਟੌਪ ਮੋਸਟ ਲੀਡਰ ਹੁੰਦੇ ਨੇ, ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਦੀ ਟੀਮ ਦੇ ਵਿੱਚ ਕੰਮ ਕੀਤਾ। ਪਰ ਮੈਨੂੰ ਇੰਨਾ ਕੁ ਦੁੱਖ ਹੋ ਰਿਹਾ ਹੈ ਕਿ ਮੇਰਾ ਹੀ ਕੰਮ ਇੱਦਾਂ ਰੋਕਿਆ ਜਾ ਰਿਹਾ ਔਰ ਜਿਹੜਾ ਕਿ ਲੀਗਲੀ ਮੈਂ ਕੋਰਟ 'ਚੋਂ ਕਰਵਾ ਸਕਦਾ ਸੀ ਔਰ ਮੈਂ ਕਰਵਾ ਰਿਹਾ ਵਾਂ। ਮੈਨੂੰ ਨਹੀਂ ਇਹ ਸਮਝ ਲੱਗ ਰਹੀ ਵੀ ਇਹ ਕਿਹੜੀ ਕਾਂਗਰਸ ਦੀ ਆਈਡੀਓਲੋਜੀ ਨੂੰ ਫੋਲੋ ਕਰ ਰਹੇ ਨੇ, ਇਹ ਕਾਂਗਰਸ ਨੂੰ ਕਿੱਧਰ ਲੈ ਕੇ ਜਾ ਰਹੇ ਨੇ, ਇਹ ਵਰਕਰ ਦੀ ਕਿੱਥੇ ਕਦਰ ਕਰ ਰਹੇ ਨੇ, ਕਿੱਥੇ ਉਹਦੀ ਸੁਣਵਾਈ ਕਰ ਰਹੇ ਨੇ। ਇਹ ਚੀਜ਼ ਇਹਨਾਂ ਨੇ ਬਿਲਕੁਲ ਕਾਂਗਰਸ ਤੋਂ ਨਵੇਂ ਬੰਦਿਆਂ ਨੇ ਜਿਹੜੇ ਆਏ ਨੇ ਇਹਨਾਂ ਨੇ ਖਤਮ ਕਰਤੀ ਹੈ। ਸੋ ਬੜਾ ਵੱਡਾ ਸਵਾਲ ਖੜਾ ਕਰ ਰਹੇ ਹੋ ਤੁਸੀਂ, ਕਿਉਂਕਿ ਇੱਕ ਪਾਸੇ ਪੰਜਾਬ ਗਵਰਨਮੈਂਟ ਡਿਵੈਲਪਮੈਂਟ ਦੇ ਬੋਰਡ ਲਗਵਾ ਰਹੀ ਹੈ, ਦਾਅਵੇ ਕੀਤੇ ਜਾ ਰਹੇ ਵੱਡੇ ਵੱਡੇ ਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਔਰ ਖਾਸ ਕਰ ਲੁਧਿਆਣਾ ਦੇ ਵਿੱਚ ਕਿ ਲੁਧਿਆਣਾ ਸਮਾਰਟ ਸਿਟੀ ਹੈ ਔਰ ਸਮਾਰਟ ਸਿਟੀ ਦੇ ਵਿੱਚ ਜਿਹੜਾ ਨੰਬਰ ਉੱਪਰ ਲਿਜਾਣ ਨੂੰ ਬੜੇ ਡਿਵੈਲਪਮੈਂਟ ਦੇ ਬੜੇ ਵੱਡੇ ਪ੍ਰੋਜੈਕਟ ਚੱਲ ਰਹੇ ਔਰ ਤੁਸੀਂ ਇੱਕ ਕਾਂਗਰਸੀ MLA ਦੇ ਉੱਤੇ ਕੇਸ ਦਾਇਰ ਕਰਕੇ ਪੂਰੀ ਪੰਜਾਬ ਸਰਕਾਰ ਦੇ ਉੱਤੇ ਇੱਕ ਬੜਾ ਵੱਡਾ ਸਵਾਲ ਖੜਾ ਕਰ ਦਿੱਤਾ। ਦੇਖੋ, ਮੈਂ ਤਾਂ ਤੁਹਾਨੂੰ ਆਹ ਵੀਡੀਓ ਰਿਕਾਰਡਿੰਗ 'ਚ ਦਿਖਾਤਾ ਸਾਰਾ, ਤੁਸੀਂ ਖੁਦ ਦੇਖੋ। ਮੈਂ ਸਵਾਲ ਨਹੀਂ ਖੜਾ ਕਰ ਰਿਹਾ, ਆਹ ਵੀਡੀਓ ਸਵਾਲ ਖੜਾ ਕਰ ਰਹੀ ਹੈ। ਆਹ ਵੀਡੀਓ ਤੁਸੀਂ ਖੁਦ ਦੇਖ ਕੇ ਦੱਸ ਸਕਦੇ ਹੋ ਕਿ ਕੀ ਕਰ ਰਿਹਾ। ਔਰ ਇਹ ਕਾਂਗਰਸ ਨਹੀਂ ਕਰ ਰਹੀ, ਇਹ ਇੱਕ ਬੰਦਾ ਕਰ ਰਿਹਾ। ਇਹ ਕੁਝ ਹੋ ਰਿਹਾ, ਇਹ ਕਾਂਗਰਸ ਕਰ ਰਹੀ ਹੈ। ਇਹ ਕਾਂਗਰਸ ਦੀ ਆਈਡੀਓਲੋਜੀ ਨਹੀਂ ਹੈ। ਕਾਂਗਰਸ ਤਾਂ ਜੇ ਕੋਈ ਹੋਰ ਵੀ ਹੋਵੇ ਕਿ ਕਾਂਗਰਸ ਦਾ ਵਰਕਰ ਨਹੀਂ ਹੈ, ਡਿਵੈਲਪਮੈਂਟ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਪਰ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਕਾਂਗਰਸ ਦੀ ਆਈਡੀਓਲੋਜੀ ਨਹੀਂ ਹੈ। ਇਹ ਮੈਂ ਨਹੀਂ ਕਰ ਰਿਹਾ, ਇਹ ਉੱਥੇ ਪ੍ਰੈਕਟੀਕਲ ਹੋਇਆ ਹੋਇਆ। ਇਹ ਜਿੱਥੇ ਲਈ ਮੈਂ ਕੇਸ ਫਾਈਲ ਕੀਤਾ, ਜਿਹੜੀ ਮੇਰੀ ਪ੍ਰਾਪਰਟੀ ਹੈ, ਮੇਰਾ ਘਰ ਹੈ, ਇਹ ਉੱਥੇ ਪ੍ਰੈਕਟੀਕਲ ਹੋਇਆ ਪਿਆ। ਮੈਂ ਇਹਦੇ 'ਚ ਕੀ ਚੇਂਜ ਕਰਾਂ? ਮੈਂ ਤਾਂ ਬਹੁਤ ਕੁਝ ਕਰਕੇ ਦੇਖ ਲਿਆ, ਮੈਂ ਮਿੰਨਤਾਂ ਕਰਕੇ ਦੇਖ ਲਈਆਂ। ਐਟ ਲਾਸਟ ਮੈਨੂੰ ਮਜਬੂਰੀ ਨੂੰ MLA ਤੇ ਕੇਸ ਕਰਨਾ ਪਿਆ, ਉਹ ਚਾਹੇ ਕਾਂਗਰਸੀ ਆ ਚਾਹੇ ਕੋਈ ਹੋਰ ਹੈ। ਮੈਂ ਅੱਗੋਂ ਤੋਂ ਵੀ ਆਵਾਜ਼ ਚੱਕਾਂਗਾ, ਜਿਹੜਾ ਵੀ ਬੰਦਾ ਇੱਦਾਂ ਪਰੇਸ਼ਾਨ ਕਰ ਰਿਹਾ ਮੈਂ ਉਹਦੇ ਅਗੇਂਸਟ ਆਵਾਜ਼ ਚੱਕਾਂਗਾ। ਸੋ ਇਹ ਜਿਹੜਾ ਪ੍ਰਾਵਧਾਨ ਹੈ ਕਾਨੂੰਨ ਦੇ ਵਿੱਚ ਤੁਸੀਂ ਕੇਸ ਦਾਇਰ ਕੀਤਾ ਹੈ, ਇਸ ਹਰ MLA ਤੇ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ। ਔਰ ਲੋਕ ਕੀ ਕਰ ਸਕਦੇ ਨੇ ਕਿ ਕਈ ਐਸੀਆਂ ਲੁਧਿਆਣਾ ਦੀਆਂ ਕਈ ਸੜਕਾਂ ਨੇ ਆਲਮੋਸਟ ਹੁਣ ਥੋੜੇ ਦਿਨ ਪਹਿਲਾਂ ਹੀ ਜਿਹੜੀਆਂ ਨਵੀਆਂ ਬਣੀਆਂ ਨੇ, ਮਗਰ ਉਸ ਤੋਂ ਪਹਿਲਾਂ ਅਗਰ ਬਰਸਾਤ ਦੇ ਮੌਸਮ ਵਿੱਚ ਦੇਖਿਆ ਜਾਵੇ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਕਾਫੀ ਸੜਕਾਂ ਟੁੱਟ ਚੁੱਕੀਆਂ ਤੇ ਲੋਕ ਉੱਥੇ ਕੀ ਕਰ ਸਕਦੇ ਨੇ? ਕਿਉਂਕਿ ਆਮ ਲੋਕਾਂ ਦੀ, ਅਗਰ ਤੁਹਾਡੇ ਵਰਗੇ ਕਾਂਗਰਸੀ ਲੀਡਰ ਦੇ ਜਿਹੜੇ ਵਕੀਲ ਨੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਆਮ ਪਬਲਿਕ ਦੀ ਸੁਣਵਾਈ ਕੀ ਹੋਏਗੀ? ਉਹ ਕੀ ਕਰ ਸਕਦੇ ਨੇ? ਦੇਖੋ, ਮੈਂ ਤਾਂ ਲੋਕਾਂ ਨੂੰ ਇੰਨਾ ਕੀ ਗਾਈਡ ਕਰ ਸਕਦਾ, ਮੈਂ ਆਪਣੇ ਤੋਂ ਸ਼ੁਰੂ ਕਰਕੇ ਦਿਖਾਇਆ ਤੁਹਾਨੂੰ। ਔਰ ਮੈਂ ਬਿਲਕੁਲ ਜੇ ਕੋਈ ਵੀ ਬੰਦਾ ਇੱਦਾਂ ਪਰੇਸ਼ਾਨ ਹੈ, ਜਿਹੜੀ ਕਾਨੂੰਨ ਹੈ ਉਹ ਬਣਿਆ ਹੀ ਤੁਹਾਡੇ ਲਈ ਹੈ। ਜਦੋਂ ਲੀਡਰ ਕੰਮ ਮੁਕਾ ਦਿੰਦੇ ਨੇ, ਜਦੋਂ ਬਿਊਰੋਕ੍ਰੇਸੀ ਕੰਮ ਮੁਕਾ ਦਿੰਦੀ ਹੈ, ਬੰਦੇ ਨੂੰ ਖਤਮ ਕਰ ਦਿੰਦੀ ਹੈ, ਬੰਦੇ ਦੀ ਐਂਡ ਹੋ ਜਾਂਦੀ ਹੈ ਕਿ ਬਿਊਰੋਕ੍ਰੇਸੀ ਬਿਲਕੁਲ ਹਾਵੀ ਹੋ ਜਾਵੇ, ਲੀਡਰਸ਼ਿਪ ਬਿਲਕੁਲ ਹਾਵੀ ਹੋ ਜਾਵੇ, ਉਦੋਂ ਲਾਸਟ 'ਚ ਬੰਦਾ ਕਾਨੂੰਨ ਦਾ ਸਹਾਰਾ ਲੈਂਦਾ, ਕੋਰਟ 'ਚ ਜਾਂਦਾ। ਔਰ ਬਹੁਤ ਵੱਡੇ ਵੱਡੇ ਕੇਸ ਨੇ ਜਿਹਦੇ 'ਚ ਆਪਾਂ ਦੇਖਿਆ ਹੋਇਆ ਕਿ ਕਾਨੂੰਨ ਬਿਲਕੁਲ ਆਪਣਾ ਪੂਰਾ ਰੋਲ ਅਦਾ ਕਰਕੇ ਬਿਊਰੋਕ੍ਰੇਸੀ ਨੂੰ ਔਰ ਇਹਨੂੰ ਲੀਡਰਸ਼ਿਪ ਨੂੰ ਠੱਪਦਾ। ਜੋ ਜੈਨੂਅਨ ਕੰਮ ਹੈ ਉਹ ਕਰਾਉਂਦਾ। ਜਿਹੜੇ ਬੰਦੇ ਪਰੇਸ਼ਾਨ ਨੇ ਬਿਲਕੁਲ ਉਹ ਕਾਨੂੰਨ ਦਾ ਸਹਾਰਾ ਲੈ ਸਕਦੇ ਨੇ, ਉਹ ਲੈਣ। ਸਗੋਂ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਲੈਣਾ ਚਾਹੀਦਾ, ਕਿਉਂਕਿ ਇਹ ਇੰਨੀ ਅਫਸਰਸ਼ਾਹੀ ਹਾਵੀ ਹੋ ਗਈ ਹੈ। ਚਾਹੇ ਉਹ ਨੀਚੇ ਕਲਰਕ ਤੋਂ ਲੈ ਕੇ ਇੱਕ ਪੀਐਨਈ ਕਾਰਪੋਰੇਸ਼ਨ ਦਾ ਨਹੀਂ ਮਾਨ ਹੈਗਾ, ਉਹੀ ਬੰਦੇ ਨੂੰ ਤੁਸੀਂ ਆਪਣਾ ਕੰਮ ਨਹੀਂ ਕਰਾ ਸਕਦੇ। ਜੈਨੂਅਨ ਕੰਮ ਤੁਸੀਂ ਉਹਦੇ ਤੇ ਅਗੇਂਸਟ ਐਕਸ਼ਨ ਲਵੋ। ਜਦੋਂ ਤੁਸੀਂ ਕੰਪਲੇਂਟ ਦਿੰਦੇ ਹੋ ਕੋਈ ਸੁਣਵਾਈ ਨਹੀਂ ਹੈਗੀ, ਕੋਈ ਕੁਛ ਨਹੀਂ ਹੈ, ਤੁਸੀਂ ਬਿਲਕੁਲ ਐਕਸ਼ਨ ਲੈ ਸਕਦੇ ਹੋ, ਲੀਗਲੀ ਐਕਸ਼ਨ ਲਵੋ ਉਹਦੇ ਤੇ, ਠੀਕ ਹੈ, ਜੋ ਬੰਦਾ ਵੈ। ਔਰ ਉਹਨੂੰ ਥਰੂ ਕਾਨੂੰਨ ਉਹਨੂੰ ਦਿਖਾਓ ਕਿ ਉਹਦਾ ਕੀ ਆਫੀਸ਼ੀਅਲ ਡਿਊਟੀ ਹੈ ਔਰ ਉਹ ਕੀ ਨਹੀਂ ਕਰ ਰਿਹਾ। ਸੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਹ ਕਦਮ ਚੱਕਣ ਤੋਂ ਬਾਅਦ ਆਮ ਪਬਲਿਕ ਦੇ ਵਿੱਚ ਜਾਗਰੂਕਤਾ ਆਏਗੀ, ਆਮ ਪਬਲਿਕ ਵੀ ਜਿਹੜਾ ਕੋਰਟ ਵੱਲ ਨੂੰ ਭੱਜੇਗੀ ਇਨਸਾਫ ਲੈਣ ਦੇ ਲਈ, ਡਿਵੈਲਪਮੈਂਟ ਦੇ ਲਈ, ਜਾਂ ਜਿਹੜੀ ਉਹਨਾਂ ਦੀ ਨਹੀਂ ਸੁਣਵਾਈ ਹੁੰਦੀ ਅਫਸਰਸ਼ਾਹੀ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ, ਕਿ ਲੋਕ ਜਾਗਰੂਕ ਹੋਣਗੇ? ਦੇਖੋ, ਜਿਹੜੇ ਬੰਦੇ ਨੂੰ ਪ੍ਰੋਬਲਮ ਹੈ ਉਹਨੂੰ ਬਿਲਕੁਲ ਕੋਰਟ ਵੱਲ ਨੂੰ ਆਉਣਾ ਚਾਹੀਦਾ। ਠੀਕ ਹੈ, ਗਰੀਬ ਬੰਦੇ ਦਾ ਕੋਰਟ ਦੇ ਵਿੱਚ ਆਉਣਾ ਬਹੁਤ ਔਖਾ ਹੈ, ਮਿਡਲ ਕਲਾਸ ਦਾ ਬਹੁਤ ਔਖਾ ਹੈ, ਖਰਚੇ ਨੇ ਇੱਥੇ।
ਫੀਸਾਂ ਨੇ, ਕਿਉਂਕਿ ਸਾਡੇ ਵੀ ਕੁਝ ਬਾਊਂਡੇਸ਼ਨਸ ਹੈਗੀਆਂ ਨੇ, ਐਡਵੋਕੇਟਸ ਜਿਹੜੇ ਵੀ ਉਹ ਹਾਇਰ ਕਰਨਗੇ ਬਾਊਂਡੇਸ਼ਨਸ ਨੇ, ਫੀਸ ਲੈਣਗੇ। ਹਾਂ, ਕਿਉਂਕਿ ਇਹ ਚੀਜ਼ ਮੈਂ ਭੁਗਤੀ ਹੈ, ਮੈਂ ਹੰਡਾਈ ਹੈ, ਮੈਨੂੰ ਪਤਾ ਵਾ ਵੀ ਕੀ ਪ੍ਰੋਬਲਮ ਹੈ। ਔਰ ਮੇਰੇ ਗਲੀ ਦੇ ਵਿੱਚ ਹੀ ਕਈ ਬੰਦੇ ਇਹ ਚੀਜ਼ ਕਰਨ ਨੂੰ ਤਿਆਰ ਸੀਗੇ, ਪਰ ਡਿਊ ਟੂ ਦੈਟ ਫਾਈਨੈਂਸ਼ੀਅਲ ਪ੍ਰੋਬਲਮ ਉਹ ਨਹੀਂ ਇਹ ਕਰ ਸਕੇ। ਮੈਂ ਕੀਤੀ ਸ਼ੁਰੂਆਤ, ਮੈਂ ਕੀਤਾ ਵੈ। ਮੈਂ ਇੱਕ ਜਿਹੜੇ ਵੀ ਤੁਹਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਦਾ ਵਾਂ ਕਿ ਜਿਹੜਾ ਵੀ ਬੰਦਾ ਇਹ ਫੇਸ ਕਰ ਰਿਹਾ ਉਹ ਆਵਾਜ਼ ਚੱਕੇ, ਕੋਰਟ 'ਚ ਆਵੇ, ਕੋਰਟ 'ਚ ਇਹਨਾਂ ਨੂੰ ਲਿਆਵੇ, ਕੋਰਟ ਦੇ ਵਿੱਚ ਅਫਸਰਾਂ ਨੂੰ, ਇਹਨਾਂ MLAs ਨੂੰ, ਇਹਨਾਂ ਨੂੰ ਕਾਉਂਸਲਰਸ ਨੂੰ, ਇਹਨਾਂ ਸਰਪੰਚਾਂ ਨੂੰ, ਉਹਨਾਂ ਨੂੰ ਲਿਟੀਗੇਸ਼ਨ 'ਚ ਲਿਆ ਕੇ ਉਹਨਾਂ ਨੂੰ ਪੁੱਛੇ ਵੀ ਇਹ ਕਿਉਂ ਨਹੀਂ ਕੰਮ ਕਰ ਰਹੇ, ਜਿਹੜੇ ਉਹ ਡਿਊਟੀ ਬਾਉਂਡ ਨੇ, ਜਿਹਦੇ ਲਈ ਉਹ ਤਨਖਾਹ ਲੈ ਰਹੇ ਨੇ। ਜਿੱਥੇ ਸਾਡੀ ਹੈਲਪ ਦੀ ਲੋੜ ਹੈ, ਮੈਂ ਬੀਇੰਗ ਐਡਵੋਕੇਟ ਉਸ ਹਰੇਕ ਬੰਦੇ ਦਾ ਫ੍ਰੀ ਕੇਸ ਇੱਥੇ ਕਰਾਂਗਾ। ਜਿਹੜਾ ਬੰਦਾ ਜੈਨੂਅਨਲੀ ਇਹਨਾਂ ਪੰਗਿਆਂ ਦੇ ਵਿੱਚ ਦੁਖੀ ਹੈ, ਇਹਨਾਂ ਪੰਗਿਆਂ 'ਚ ਪ੍ਰੋਬਲਮ 'ਚ ਹੈਗਾ ਵੈ, ਸੜਕਾਂ, ਸੀਵਰੇਜ, ਲਾਈਟਾਂ, ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ, ਮੈਂ ਉਹਨਾਂ ਦੀ ਹੈਲਪ ਕਰਾਂਗਾ ਜਿੰਨੀ ਕਰ ਸਕਿਆ, ਕਿਉਂਕਿ ਮੈਂ ਇਹ ਚੀਜ਼ ਭੁਗਤੀ ਹੈ। ਸੋ ਇਹ ਸੀਗੇ ਐਡਵੋਕੇਟ ਅਰੁਣ ਖੁਰਮੀ, ਜਿਹੜੇ ਕਾਂਗਰਸੀ ਲੀਡਰਾਂ ਦੇ ਵਕੀਲ ਨੇ। ਔਰ ਸ਼ੁਰੂਆਤ ਜਿਹੜੀ ਹੈ ਕੇਸ ਦਾਇਰ ਕਰਨ ਦੀ ਕੀਤੀ ਗਈ ਹੈ ਉਹ ਵੀ ਕਾਂਗਰਸੀ MLA ਤੋਂ ਕੀਤੀ ਗਈ ਹੈ। ਸੋ ਇਹਨਾਂ ਦਾ ਇਹ ਵੀ ਅਪੀਲ ਕੀਤੀ ਹੈ ਕਿ ਅਗਰ ਆਮ ਪਬਲਿਕ ਨੂੰ ਕਿਤੇ ਦਿੱਕਤ ਆਉਂਦੀ ਹੈ, ਉਹ ਕੇਸ ਨਹੀਂ ਲੜ ਸਕਦੇ, ਫੀਸ ਨਹੀਂ ਦੇ ਸਕਦੇ, ਤੇ ਕਿਤੇ ਇਹਨਾਂ ਦੀ ਵੀ ਜਿਹੜੀ ਜ਼ਰੂਰਤ ਪੈਂਦੀ ਹੈ ਮਦਦ ਦੀ, ਤੇ ਇਹ ਅੱਗੇ ਵੱਧ ਕੇ ਮਦਦ ਕਰਨ ਨੂੰ ਵੀ ਤਿਆਰ ਨੇ, ਚਾਹੇ ਉਹ ਕਾਂਗਰਸ ਦੀ ਸਰਕਾਰ ਹੈ, ਚਾਹੇ ਉਹ ਜਿਹਦੀ ਵੀ ਸਰਕਾਰ ਹੈ, ਜਾਂ ਅੱਗੇ ਜਿਹਦੀ ਵੀ ਸਰਕਾਰ ਆਏਗੀ, ਇਹ ਆਮ ਪਬਲਿਕ ਦੇ ਲਈ ਜਿਹੜੀ ਇਹ ਲੜਾਈ ਲੜਦੇ ਰਹਿਣਗੇ। ਕੈਮਰਾਮੈਨ ਦੀਪਕ ਦੇ ਨਾਲ ਵਿਕਾਸ ਮਲਹੋਤਰਾ, ਦ ਸਿਟੀ ਹੈਡਲਾਈਨਸ।